दोस्तों सत श्री अकाल, मैं सतविंदर सिंह हाज़र हाँ लैके प्रोग्राम खास खबर ते एक नज़र। खास खबर ते एक नज़र के प्रोग्राम के असी वैसे तो पिछले हफ्ते दी रही हुई खास खबरों के उत्ते चर्चा करते हाँ, तुहाडे नाल विचार साझे करते हैं। पर इस प्रोग्राम के क्योंकि इस साल का 2014 का जिहड़ा है आखिरी प्रोग्राम है, इस विच जिहड़ा है असी पिछले पूरे साल दे विच जिहड़ियां खबरां जिहड़ियां सुर्खियां दे विच रही हैं, चर्चा दे विच रही हैं, उन्हां बारे जिहड़ी है जानकारी तुहाडे नाल साझी करांगे। और मेरे नाल शामिल ने जग्गी ढिल्लों जी। जग्गी ढिल्लों जी प्यार भरी सत श्री अकाल जी। सत श्री अकाल सतविंदर जी, बहुत बहुत स्वागत है जी तुहाडा प्रोग्राम खास खबर ते एक नज़र विच। जिवें जग्गी ढिल्लों जी मैं गल कीती है कि ਆਪਾਂ ਜਿਹੜੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੁਝ ਖਾਸ ਖਬਰਾਂ ਸੀ ਜਿਹੜੀਆਂ ਕਿ ਲਗਾਤਾਰ ਇਹ ਨਹੀਂ ਕਿ ਇੱਕ ਵਾਰੀ ਇੱਕ ਪ੍ਰੋਗਰਾਮ ਦੇ ਵਿੱਚ ਕੋਈ ਚਰਚਾ 'ਚ ਰਹੀ ਖਬਰ, ਬਲਕਿ ਲਗਾਤਾਰ ਜਿਹੜੀਆਂ ਹਨ ਜ਼ਿਆਦਾ ਲਗਾਤਾਰ ਲੰਬੇ ਸਮੇਂ ਵਾਸਤੇ ਜਿਹੜੀਆਂ ਚਰਚਾ ਦੇ ਵਿੱਚ ਖਬਰਾਂ ਲਈਆਂ, ਉਹਨਾਂ ਦੇ ਬਾਰੇ ਜਿਹੜਾ ਹੈ ਆਪਾਂ ਰੀਕੈਪ ਕਰਾਂਗੇ ਤਾਂ ਕਿ ਇਹ 2014 ਦਾ ਜਿਹੜਾ ਆਖਰੀ ਇੱਕ ਤਰੀਕੇ ਦਾ ਸਾਲ ਦਾ ਰਿਵਿਊ ਹੋ ਜਾਏਗਾ ਵੀ ਇਹ 2014 ਦੇ ਵਿੱਚ ਕਿਹੜੀਆਂ ਖਬਰਾਂ ਜਿਹੜੀਆਂ ਹਨ ਇਹ ਚਰਚਾ ਦੇ ਵਿੱਚ ਰਹੀਆਂ ਔਰ ਇਹਨਾਂ ਦਾ ਸਾਡੇ ਤੇ ਕੀ ਇੰਪੈਕਟ ਪਿਆ ਸੀ। ਪਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਹੋਣਾ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਪ੍ਰੋਗਰਾਮ ਹਰ ਹਫ਼ਤੇ ਤੁਹਾਡੇ ਸਨਮੁਖ ਪੇਸ਼ ਕਰਦੇ ਹਾਂ। ਤੇ ਢਿੱਲੋਂ ਸਾਹਿਬ, ਜੇ ਮੈਂ ਗੱਲ ਕਰਾਂ ਕਿ ਜਿਵੇਂ ਆਪਾਂ ਕਿਉਂਕਿ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਤੇ ਸਿੱਖਾਂ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਚਰਚਾ ਦੇ ਵਿੱਚ ਰਹੀਆਂ ਜਿਨ੍ਹਾਂ 'ਤੇ ਆਪਾਂ ਡਿਸਕਸ ਕਰਦੇ ਰਹੇ ਹਾਂ, ਉਹਦੇ ਵਿੱਚ ਇੱਕ ਭਾਈ ਗੁਰਬਖਸ਼ ਸਿੰਘ ਜੀ ਨੇ ਉਹਨਾਂ ਨੇ 2 ਵਾਰੀ ਹੰਗਰ ਸਟ੍ਰਾਈਕ ਕੀਤੀ ਹੈ, ਮਰਨ ਵਰਤ ਰੱਖਿਆ ਹੈ। ਤੇ ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਕੈਦੀ ਨੇ, ਸਿਆਸੀ ਕੈਦੀ ਖਾਸ ਕਰਕੇ ਜਿਹੜੇ ਹਨ, ਕਿਸੇ ਨਾ ਕਿਸੇ ਕਰਕੇ ਕਿਸੇ ਮੁਹਿੰਮ ਨਾਲ ਜੁੜੇ ਸੀ ਤੇ ਔਰ ਕੈਦ ਹੋਈ ਹੈ, ਉਹਨਾਂ ਨੂੰ ਸਜ਼ਾ ਹੋਈ ਹੈ ਤੇ ਉਹ ਸਜ਼ਾ ਪੂਰੀ ਵੀ ਕਰ ਚੁੱਕੇ ਨੇ ਤੇ ਪਰ ਉਹਨਾਂ ਨੂੰ ਜਿਹੜਾ ਹੈ ਜੇਲ੍ਹਾਂ ਦੇ ਵਿੱਚੋਂ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਤੇ ਇਹ ਕਾਫੀ ਬੜਾ ਸੈਂਸਿਟਿਵ ਇਸ਼ੂ ਹੈ ਜੀ। ਔਰ ਇਹ ਅਗੇਨ ਲਿਥਾਰਜੀ ਹੈ ਜੀ ਇੰਡੀਅਨ ਸਿਸਟਮ ਦੀ। ਜੇ ਇਨਸਾਫ ਦੀ ਗੱਲ ਕਰੀਏ ਤੇ ਜਿਹੜਾ ਇਨਸਾਫ ਆ ਉਹ ਇਨਸਾਨ ਨੂੰ ਟਾਈਮ ਸਿਰ ਮਿਲਣਾ ਚਾਹੀਦਾ। ਅਸੀਂ ਕਿਸੇ ਪਾਸੇ ਵੀ ਗੱਲ ਕਰ ਲਈਏ, ਚਾਹੇ ਉਹ 84 ਦੇ ਦੰਗੇ ਨੇ, ਚਾਹੇ ਹੁਣ ਇਸ ਇਸ਼ੂ ਦੇ ਉੱਤੇ ਜਿਹੜੇ ਅਗਰ ਉਹ ਹੰਗਰ ਸਟ੍ਰਾਈਕ ਤੇ ਹੈਗੇ ਨੇ, ਗੱਲ ਉਹਨਾਂ ਦੇ ਹੰਗਰ ਸਟ੍ਰਾਈਕ ਤੇ ਜਾਣ ਦੀ ਨਹੀਂ ਹੈ। ਗੱਲ ਇਹ ਹੈਗੀ ਆ ਵੀ ਤੁਸੀਂ ਇੱਕ ਇਨਸਾਨ ਨੂੰ ਆਪਣੇ ਕੌਨਸਟੀਟਿਊਸ਼ਨ ਦੇ ਜੋ ਲਾਜ਼ ਨੇ ਉਹਦੇ ਮੁਤਾਬਕ ਤੁਸੀਂ ਉਹਨੂੰ ਇੱਕ ਪਨਿਸ਼ਮੈਂਟ ਦਿੱਤੀ। ਮੰਨ ਲਓ ਤੁਸੀਂ ਕਿਸੇ ਨੂੰ ਕਿਹਾ ਵੀ ਜੀ ਇਹਨੂੰ 4 ਸਾਲ ਦੀ ਜਾਂ 5 ਸਾਲ ਦੀ ਕੈਦ ਆ, ਜਦੋਂ ਉਹਨੇ ਉਹ 5 ਸਾਲ ਦੀ ਕੈਦ ਕੱਟ ਲਈ, ਫਿਰ ਆਟੋਮੈਟਿਕਲੀ ਇਹ ਸਿਸਟਮ ਜਾਂ ਪ੍ਰੋਸੈਸ ਇੱਦਾਂ ਹੋਣਾ ਚਾਹੀਦਾ ਕਿ ਤੁਸੀਂ ਉਸ ਬੰਦੇ ਨੂੰ ਰਿਲੀਜ਼ ਕਰੋ ਤਾਂ ਕਿ ਉਹ ਆਪਣੀ ਸਧਾਰਨ ਜਾਂ ਨੋਰਮਲ ਜ਼ਿੰਦਗੀ ਜਿਹੜੀ ਹੈ ਉਹ ਜਾ ਕੇ ਆਪਣੇ ਪਰਿਵਾਰ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਵਿੱਚ ਬਿਤਾਵੇ, ਰਾਦਰ ਦੈਨ ਕਿ ਤੁਸੀਂ ਉਹਨੂੰ ਇੱਕ ਤਾਂ ਜੇਲ੍ਹਾਂ ਓਵਰ ਸਟਫਿੰਗ ਕੀਤੀਆਂ ਹੋਈਆਂ ਨੇ, ਉਹਦੀ ਪ੍ਰੋਬਲਮ ਜਿਹੜੀ ਹੈ ਉਹ ਈਵਨ ਜੇਲ੍ਹ ਐਡਮਿਨਿਸਟ੍ਰੇਸ਼ਨ ਵਾਸਤੇ ਵੀ ਆਉਂਦੀ। ਪਰ ਮੈਂ ਕਿਉਂਕਿ ਖਬਰਾਂ ਦੇ ਉੱਤੇ ਕਾਫੀ ਜਿਹੜਾ ਹੈ ਪੰਜਾਬ ਦੀ ਪੋਲੀਟਿਕਸ ਦੇ ਨਾਲ ਮੈਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਇਹਨੂੰ ਵਾਚਦਾ ਰਿਹਾ ਹੈਗਾ, ਵੇਖਦਾ ਰਿਹਾ ਹੈਗਾ, ਤੇ ਮੈਂ ਦੇਖਿਆ ਕਿ ਜਿਹੜੇ ਪੋਲੀਟੀਕਲ ਲੀਡਰ ਵੀ ਹੁੰਦੇ ਨੇ, ਭਾਵੇਂ ਉਹ ਅਕਾਲੀ ਦਲ ਨੂੰ ਬਿਲੋਂਗ ਕਰਦੇ ਹੋਣ, ਕਾਂਗਰਸ ਨੂੰ, BJP ਨੂੰ, ਉਹ ਚਾਹੁੰਦੇ ਨਹੀਂ ਹੈਗੇ ਕਿ ਕੁਛ ਜਿਹੜੇ ਨਾਮੀ ਜਿਹੜੇ ਬੰਦੇ ਕੁਛ ਮੂਵਮੈਂਟ ਨਾਲ ਜੁੜੇ ਹੁੰਦੇ ਨੇ, ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਬਾਹਰ ਆਉਣ, ਕਿਉਂਕਿ ਉਹਨਾਂ ਨੂੰ ਇਹ ਵੀ ਡਰ ਸਤਾਉਂਦਾ ਹੁੰਦਾ ਕਿ ਯਾਰ ਇਹ ਕੱਲ੍ਹ ਨੂੰ ਬਾਹਰ ਆ ਗਏ ਤੇ ਸਾਡੀ ਵੈਲਿਊ ਜਿਹੜੀ ਉਹ ਡਿਲੂਟ ਹੁੰਦੀ ਹੈ, ਡਾਊਨ ਹੋ ਜਾਂਦੀ ਹੈ, ਸਾਡੇ ਕੰਪੀਟੀਟਰ ਬਣ ਜਾਣਗੇ ਤੇ ਉਹਦੇ ਕਰਕੇ ਸਿੰਸੀਅਰ ਨਹੀਂ ਰਹਿੰਦੇ ਹੈਗੇ ਵੀ ਉਹਨਾਂ ਨੂੰ। ਨਹੀਂ ਸਤਵਿੰਦਰ ਜੀ, ਜਦੋਂ ਇਹ ਜਿਹੜੀ ਸਿਸਟਮ ਆ, ਜਿਹੜਾ ਜੁਡੀਸ਼ਰੀ ਹੈਗੀ ਆ, ਇਹ ਐਟਲੀਸਟ ਪੋਲੀਟੀਸਾਈਜ਼ ਨਹੀਂ ਹੋਣੀ ਚਾਹੀਦੀ। ਜਿਹੜਾ ਇੱਕ ਪੋਲੀਟਿਕਸ ਆ ਉਹ ਇੱਕ ਵੱਖਰੀ ਗੇਮ ਆ, ਉਹਨਾਂ ਦੀ ਸੋਚ ਹਮੇਸ਼ਾ ਸੈਲਫ ਸੈਂਟਰਿਕ ਹੁੰਦੀ ਆ, ਆਪਣੇ ਆਪ ਨੂੰ ਲੈ ਕੇ ਚੱਲਦੇ ਨੇ ਕਿ ਮੈਂ ਕੀ ਆ ਤੇ ਮੇਰੀ ਕੀ ਰੈਲੇਵੈਂਸ ਰਹੂਗੀ ਜਾਂ ਕੀ ਨਹੀਂ ਰਹੂਗੀ। ਪਰ ਗੱਲ ਹੈ ਵੀ ਜਿਹੜਾ ਦੇਸ਼ ਦਾ ਕਾਨੂੰਨ ਹੈਗਾ, ਕਾਨੂੰਨ ਜਿਹੜਾ ਆ ਉਹ ਸਭ ਲਈ ਬਰਾਬਰ ਹੋਣਾ ਚਾਹੀਦਾ। ਇੱਕ ਇਨਸਾਨ ਨੂੰ ਤੁਸੀਂ ਸਜ਼ਾ ਦਿੱਤੀ, ਉਹਨੇ ਮੰਨ ਲਓ 8 ਜਾਂ 9 ਸਾਲ 10 ਸਾਲ ਆਪਣੇ ਪੂਰੇ ਕਰ ਲਏ, ਉਸ ਤੋਂ ਬਾਅਦ ਉਹਨੂੰ ਰਿਲੀਜ਼ ਕਰ ਦਿਓ। ਇੱਥੇ ਮੈਂ ਜ਼ਿਕਰ ਕਰਾਂ, ਈਵਨ ਪਿਛਲੇ ਸਾਲਾਂ ਦੇ ਵਿੱਚ ਇੱਕ ਕੇਸ ਹੋਇਆ ਸੀ ਜਿਹਦੇ 'ਚ ਇੱਕ ਪਾਕਿਸਤਾਨੀ ਪ੍ਰਿਜ਼ਨਰ ਜਿਹੜਾ ਸੀਗਾ, ਉਹਨੂੰ ਇਹਨਾਂ ਨੇ ਬਹੁਤ ਰੌਲਾ ਪਿਆ, ਬਾਅਦ 'ਚ ਯੂਨੀਅਨ ਗੌਰਮੈਂਟ ਜਿਹੜੀ ਇਨਵੋਲਵ ਹੋਈ, ਫਿਰ ਉਹਨੂੰ ਸਪੈਸ਼ਲ ਕਹਿ ਲਓ ਵੀ ਇੱਕ ਤਰੀਕੇ ਨਾਲ ਰਿਲੀਜ਼ ਕਰਕੇ ਤੇ ਉਹਨੂੰ ਵਾਪਸ ਪਾਕਿਸਤਾਨ ਭੇਜਿਆ ਗਿਆ। ਹੁਣ ਉਹ 80-85 ਸਾਲ ਦੀ ਏਜ ਦਾ ਉਹ ਇੰਡੀਵਿਜੂਅਲ ਆ, ਅਗਰ ਉਹਨੇ ਮੰਨ ਲਓ ਜੇਲ੍ਹ ਜਿਹੜੀ ਆਪਣੀ ਜੋ ਸਜ਼ਾ ਸੀਗੀ ਉਹ ਪੂਰੀ ਕਰ ਲਈ, ਕੱਟ ਲਈ, ਉਸ ਤੋਂ ਬਾਅਦ ਤੁਸੀਂ ਉਹਨੂੰ ਰੱਖ ਕੇ ਬੈਠੇ ਹੋਏ ਹੋ ਅਨਨੈਸੈਸਰੀ, ਤੇ ਉਹ ਇੱਕ ਤਰ੍ਹਾਂ ਦਾ ਬੋਝ ਹੀ ਹੁੰਦਾ। ਪਰ ਇਹ ਇਸ ਚੀਜ਼ ਦਾ ਜਿਹੜਾ ਹੈਗਾ
ਇਹ ਕਾਫੀ ਅਵੇਅਰਨੈਸ ਆਈ ਹੈ ਇੰਟਰਨੈਸ਼ਨਲ ਲੈਵਲ ਤੱਕ, ਜਾਂ ਪੂਰੀ ਕਮਿਊਨਿਟੀ ਜਿੱਥੇ ਵਿੱਚ ਕਮਿਊਨਿਟੀ ਰਹਿੰਦੀ ਹੈ ਉਹਨਾਂ ਨੇ ਹਰ ਜਗ੍ਹਾ ਤੇ ਇਸ ਦੇ ਪ੍ਰਤੀ ਆਵਾਜ਼ ਉਠਾਈ ਹੈ। ਮੈਨੂੰ ਲੱਗਦਾ ਇਸ ਭਾਈ ਗੁਰਬਖਸ਼ ਸਿੰਘ ਦੇ ਜਿਹੜੇ ਹਨ ਇਹਨਾਂ ਦੇ ਜਿਹੜੇ ਐਫਰਟਸ ਹਨ ਇਹ ਜ਼ਰੂਰ ਕਾਰਗਰ ਜਿਹੜੇ ਹੈ ਸਾਬਤ ਹੋਣਗੇ। ਕੋਈ ਨਾ ਕੋਈ ਅੱਛੀ ਜਿਹੜੀ ਹੈ ਖਬਰ ਲੈ ਕੇ ਪਹਿਲੀ ਵਾਰੀ ਜਦੋਂ ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਜਿਹੜਾ ਹੈ ਤੁੜਵਾ ਦਿੱਤੀ ਸੀ ਉਹਨਾਂ ਦੀ ਭੁੱਖ ਹੜਤਾਲ ਵੀ ਕੋਈ ਨਹੀਂ ਅਸੀਂ ਵੀ ਇਹਦੇ ਤੇ ਜਿਹੜਾ ਹੈ ਕਾਰਵਾਈ ਕਰਾਂਗੇ, ਪਰ ਫਿਰ ਵੀ ਜਿਹੜੀ ਹੈ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਇਸ ਕਰਕੇ ਉਹਨਾਂ ਦੁਬਾਰਾ ਹੁਣ ਤਕਰੀਬਨ 46 ਦਿਨ ਹੋ ਗਏ ਨੇ 47 ਦਿਨ ਕਿ ਉਹਨਾਂ ਭੁੱਖ ਹੜਤਾਲ ਤੇ ਹਨ ਤੇ ਕਾਫੀ ਮੂਵਮੈਂਟ ਬਣ ਰਹੀ ਹੈ। ਲੱਗਦਾ ਕਿ ਇਹਦੇ 'ਚ ਕੁਛ ਨਾ ਕੁਛ ਜਿਹੜੇ ਸਾਰਥਕ ਜਿਹੜੇ ਹਨ ਰਿਜ਼ਲਟ ਸਾਹਮਣੇ ਆਉਣਗੇ। ਇੱਕ ਢਿੱਲੋਂ ਸਾਹਿਬ ਜਿਵੇਂ ਸਿੱਖ ਦੀ ਆਪਾਂ ਗੱਲ ਕਰ ਰਹੇ ਹੈਗੇ ਆ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੀ ਹੈ ਤਲਵਾਰਬਾਜ਼ੀ ਹੋਈ ਸੀ, ਕਿਰਪਾਨਾਂ ਤਾਂ ਨਹੀਂ ਮੈਂ ਕਹਾਂਗਾ ਤਲਵਾਰਬਾਜ਼ੀ ਹੋਈ ਸੀ, ਜਿਵੇਂ ਜਿਹੜੇ ਜੂਨ 84 ਦੇ ਜਿਹੜਾ ਹੈ ਉੱਥੇ ਪ੍ਰੋਗਰਾਮ ਸੀ ਰੱਖਿਆ ਸੀ 30ਵਾਂ ਸਾਲ ਦਾ ਜਿਹੜਾ ਰੱਖਿਆ ਸੀ ਤੇ ਉਹਦੇ ਵਿੱਚ ਆਪਸ ਵਿੱਚ ਹੀ ਦੋ ਗਰੁੱਪ ਜਿਹੜੇ ਖਿੱਬੜ ਗਏ ਔਰ ਉਹਨਾਂ ਨੇ ਉਹ ਖਬਰ ਵੀ ਬੜੀ ਚਰਚਾ ਦੇ ਵਿੱਚ ਰਹੀ, ਕਾਫੀ ਜਿਹੜੀ ਹੈ ਉਸਨੇ ਉਹਦੀ ਨਮੋਸ਼ੀ ਜੀ ਈਵਨ ਸਾਡੇ ਵਰਗੇ ਜਿਹੜੇ ਸਿੱਖ ਇੱਧਰ ਹੁਣ ਕੈਨੇਡਾ ਅਮਰੀਕਾ 'ਚ ਬੈਠੇ ਨੇ ਉਹਨਾਂ ਵਾਸਤੇ ਵੀ ਬੜੀ ਨਮੋਸ਼ੀ ਦਾ ਕਾਰਨ ਬਣਿਆ, ਕਿਉਂਕਿ ਅਲਟੀਮੇਟਲੀ ਸਾਰੀ ਵਰਲਡ ਨੇ ਉਹ ਕਲਿੱਪਿੰਗਸ ਦੇਖੀਆਂ ਤੇ ਜੋ ਕੁਝ ਉੱਥੇ ਹੋ ਰਿਹਾ ਸੀਗਾ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਅਲਟੀਮੇਟਲੀ ਲੜਾਈ ਜਿਹੜੀ ਹੈਗੀ ਆ ਉਹ ਤੁਸੀਂ ਇੱਕ ਅਗਰ ਤੁਸੀਂ ਸਮਝਦੇ ਹੋ ਵੀ ਤੁਹਾਡੇ ਵਾਸਤੇ ਇੱਕੋ ਸੈਂਸਿਟਿਵ ਕਾਜ਼ ਸੀਗਾ, ਸੈਂਸਿਟਿਵ ਮਸਲਾ ਸੀਗਾ, ਉਹਦੇ ਉੱਤੇ ਤੁਹਾਨੂੰ ਬਜਾਏ ਇਸ ਦੇ ਕਿ ਜਾਂ ਇਸ ਪੁਆਇੰਟ ਦੇ ਉੱਤੇ ਕਿ ਹਾਂਜੀ ਤੁਹਾਨੂੰ ਸ਼ਰਮਿੰਦਗੀ ਹੋਵੇ ਕਿ ਤੁਸੀਂ ਕੀ ਕੀਤਾ ਆ, ਤੇ ਉਹ ਕੋਈ ਵੀ ਪਾਰਟੀ ਜਿਹੜੀ ਆ ਉਹਨੇ ਆਪਣੀ ਗਲਤੀ ਐਕਸੈਪਟ ਨਹੀਂ ਕੀਤੀ ਔਰ ਆਪਣੇ ਸਟੈਂਡ ਤੇ ਉਹ ਕਾਇਮ ਨੇ। ਹਾਂ ਤੇ ਉਹ ਕਹਿੰਦਾ ਮਤਲਬ ਕਿ ਕਈ ਵਾਰੀ ਜਿਹੜਾ ਹੈ ਕਈ ਵਾਰੀ ਮੌਕਾ ਹੁੰਦਾ ਵੀ ਜਦੋਂ ਅਸੀਂ ਆਪਣੇ ਜਿਹੜੇ ਦੁੱਖ ਤਕਲੀਫਾਂ ਆਪਣੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸੀਆਂ ਹੁੰਦੀਆਂ ਤੇ ਇਹ ਜਿਹੜੀਆਂ ਨੈਗੇਟਿਵ ਚੀਜ਼ਾਂ ਹੈਪਨ ਹੋ ਜਾਂਦੀਆਂ ਇਹਦੇ ਨਾਲ ਉਲਟਾ ਅਸਰ ਹੋ ਜਾਂਦਾ। ਹਾਲਾਂਕਿ ਜਿਹੜੀ ਮਾੜੀ ਖਬਰ ਹੋਵੇ ਉਹ ਆਪਣੇ ਆਪ ਫੈਲ ਜਾਂਦੀ ਹੈ, ਜੇ ਚੰਗੀ ਕੋਈ ਗੱਲ ਹੋਵੇ ਤਾਂ ਉਹਨੂੰ ਫੈਲਾਣੇ ਪੈਂਦਾ, ਦੱਸਣੇ ਪੈਂਦਾ ਲੋਕਾਂ ਨੂੰ। ਨਹੀਂ ਉਸ ਗੱਲ ਦਾ ਇੰਪੈਕਟ ਖਤਮ ਹੋ ਗਿਆ ਜੀ ਜਦੋਂ ਤੁਸੀਂ ਜਿਸ ਕੰਮ ਲਈ ਉੱਥੇ ਬੈਠੇ ਸੀ ਉਸ ਗੱਲ ਦਾ ਤਾਂ ਤੁਸੀਂ ਆਪ ਹੀ ਉਹਨੂੰ ਨਿਊਟਰਲਾਈਜ਼ ਕਰ ਦਿੱਤਾ, ਉਹਦਾ ਇਫੈਕਟ ਜ਼ੀਰੋ ਕਰ ਦਿੱਤਾ। ਤੇ ਇੱਕ ਬੜਾ ਵੱਡਾ ਮਸਲਾ ਇੱਕ ਹੋਰ ਬਣਿਆ ਰਿਹਾ ਹੈਗਾ ਜਿਹੜੀ ਹਰਿਆਣੇ ਦੀ ਸਿੱਖ ਸੰਗਤ ਔਰ ਜਿਹੜੀ ਪੰਜਾਬ ਦੀ ਸਿੱਖ ਸੰਗਤ ਕਹਿ ਲਈਏ ਵੀ ਇਹਨਾਂ ਦੇ ਵਿੱਚ ਵੀ ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ। ਹਰਿਆਣੇ ਦੀ ਕਾਂਗਰਸ ਜਿਹੜੀ ਸਰਕਾਰ ਸੀ ਉਸ ਨੇ ਮੌਕੇ ਦਾ ਫਾਇਦਾ ਉਠਾਇਆ ਔਰ ਸੁਰਸੀ ਵੀ ਛੱਡੀ ਕਿ ਆਪਾਂ ਜੀ ਆਰਡੀਨੈਂਸ ਜਾਰੀ ਕਰਕੇ ਉਹਨਾਂ ਨੇ ਬਣਵਾ ਵੀ ਦਿੱਤੀ, ਪਰ ਉਹ ਅਜੇ ਤੱਕ ਵੀ ਜਿਹੜਾ ਮਸਲਾ ਉੱਥੇ ਅਟਕਿਆ ਹੋਇਆ। ਕੋਈ ਮੈਨੂੰ ਲੱਗਦਾ ਨਹੀਂ ਕਿ ਨਾ ਤਾਂ ਕੋਈ ਹਰਿਆਣੇ ਵਾਲੇ ਸਿੱਖਾਂ ਨੂੰ ਕੋਈ ਫਾਇਦਾ ਹੋਇਆ, ਨਾ ਪੰਜਾਬ ਵਾਲੇ ਕੋਈ ਅਕਾਲੀ ਦਲ ਵਾਲਿਆਂ ਨੂੰ ਕੋਈ। ਇੱਕ ਲੜਾਈ ਦਾ ਮੁੱਦਾ ਹੋਰ ਬਣਿਆ ਹੋਇਆ ਜੀ, ਨਾ ਜਿਹੜਾ ਹੈ ਜਿਹੜੇ ਕਾਂਗਰਸ ਨੂੰ ਵੀ ਜਿਹੜਾ ਉਹਦੇ 'ਚ ਕੋਈ ਫਾਇਦਾ ਨਹੀਂ ਹੋਇਆ। ਫਿਰ ਵੀ ਇਹ ਤੇ ਪਤਾ ਹੀ ਸੀਗਾ ਜੀ, ਆਪਾਂ ਪਹਿਲਾਂ ਵੀ ਜਦੋਂ ਇਹ ਪ੍ਰੋਗਰਾਮ ਕੀਤੇ ਸੀਗੇ ਤੇ ਜਦੋਂ ਇਹ ਇਨਸੀਡੈਂਟ ਹੋਏ ਸੀਗੇ ਤੇ ਆਪਾਂ ਇਸ ਗੱਲ ਤੇ ਚਰਚਾ ਕੀਤੀ ਸੀਗੀ ਵੀ ਇਸ ਚੀਜ਼ ਦਾ ਅਗਰ ਕਾਂਗਰਸ ਅੱਜ ਸਮਝਦੀ ਹੈ ਵੀ ਉਹਨੂੰ ਫਾਇਦਾ ਹੋਣ ਵਾਲਾ ਹੈ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਸਿਰਫ ਇਹ ਕਿ ਉਹਨਾਂ ਨੇ ਪੋਲੀਟੀਕਲ ਇੱਕ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਔਰ ਸਟੇਟ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖਾਂ ਨੂੰ ਇੱਕ ਤਰੀਕੇ ਨਾਲ ਅੱਡੋ ਪਾਰਟੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਕਾਮਯਾਬੀ ਜਿਹੜੀ ਹੈ ਉਹ ਨਾ ਹਰਿਆਣੇ ਦੇ ਸਿੱਖਾਂ ਨੂੰ ਕੋਈ ਮਿਲੀ ਹੈ ਨਾ SGPC ਨੂੰ। ਅਗਰ ਆਪਾਂ ਗੱਲ ਕਰ ਲਈਏ ਤੇ ਵੀ ਆਪਾਂ ਕਹੀਏ ਵੀ ਅਕਾਲੀਆਂ ਦੀ ਕੋਈ ਬਹੁਤ ਵਾਸਤੇ ਬਹੁਤ ਵਧੀਆ ਗੱਲ ਹੋਈ, ਉਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ। ਪਰ ਉਹ ਤੁਹਾਡੇ ਆਪਣੇ ਘਰ ਦੇ ਬੰਦੇ ਜਿਹੜੇ ਨੇ ਉੱਠ ਕੇ ਜਾ ਕੇ ਇਹ ਗੱਲ ਕਹਿਣ ਨੂੰ ਤਿਆਰ ਨੇ ਕਿ ਜੀ ਸਾਨੂੰ ਇਹਨਾਂ ਨਾਲ ਅੱਡ ਕਰ ਦਿਓ, ਤੇ ਇਹ ਤੇ ਹੁਣ ਜਿਹੜੀਆਂ SGPC ਦੀਆਂ ਜਿਹੜੀਆਂ ਹਸਤੀਆਂ SGPC ਨੂੰ ਚਲਾਉਂਦੀਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਬਈ ਅਸੀਂ ਆਪਣੀ ਸਿੱਖ ਕੌਮ ਨੂੰ ਕਿੱਧਰ ਨੂੰ ਲੈ ਕੇ ਜਾਣਾ। ਤੇ ਫਿਲਹਾਲ ਜਿਹੜਾ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਅਟਕਿਆ ਹੋਇਆ, ਜੋ ਸੁਪਰੀਮ ਕੋਰਟ ਦਾ ਫੈਸਲਾ ਹੋਏਗਾ ਧਿਰਾਂ ਨੂੰ ਮੰਨਣਾ ਪਏਗਾ, ਨਹੀਂ ਤੇ ਬਾਅਦ 'ਚ ਫਿਰ ਜੋ ਵੀ ਦੇਖੇ। ਇੱਕ ਹੋਰ ਢਿੱਲੋਂ ਸਾਹਿਬ ਜਿਹੜਾ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜਿਹੜਾ ਕਿਉਂਕਿ ਸਿੱਖ ਕੌਮ ਆਪਣੇ ਆਪ ਨੂੰ ਜਿਹੜਾ ਹੈ ਅਲੱਗ ਕੌਮ ਸਮਝਦੀ ਹੈ ਵੀ ਹੈ, ਪਰ ਉਸ ਨੂੰ ਜਿਹੜਾ ਹਿੰਦੂ ਧਰਮ ਦੇ ਨਾਲ ਰਲਗੱਡ ਕੀਤਾ ਜਾਂਦਾ ਕਿਉਂਕਿ ਮੈਜੋਰਿਟੀ ਜਿਹੜੀ ਹੈਗੀ ਸਿੱਖ ਉਹਨਾਂ ਇਲਾਕਿਆਂ 'ਚ ਰਹਿੰਦੇ ਜਿੱਥੇ ਮੈਜੋਰਿਟੀ ਹਿੰਦੂ ਕਮਿਊਨਿਟੀ ਦੇ ਲੋਕ ਵੀ ਰਹਿੰਦੇ ਨੇ, ਤੇ ਉਹਨਾਂ ਦੀਆਂ ਬਹੁਤ ਸਾਰੀਆਂ ਰੀਤੀ ਰਿਵਾਜ ਸਿੱਖਾਂ ਦੇ ਨਾਲ ਮਿਲਦੇ ਜੁਲਦੇ ਵੀ ਹਨ ਪਰ ਵੱਖਰੇਵੇਂ ਵੀ ਹਨ। ਤੇ ਉਹਨੂੰ ਅਲੱਗ ਕਰਨ ਵਾਸਤੇ ਇੱਕ ਕੈਲੰਡਰ ਬਣਾਇਆ ਸੀ ਨਾਨਕਸ਼ਾਹੀ ਕੈਲੰਡਰ, ਫਿਰ ਉਹਦੇ ਵਿੱਚ ਕੁਝ ਕਮੀਆਂ ਆਈਆਂ, ਫਿਰ ਉਹਨੂੰ ਸੋਧ ਕੀਤਾ। ਤੇ ਇਸ ਦੁਬਿਧਾ ਦੇ ਵਿੱਚ ਜਿਹੜਾ ਹੈ ਕਦੀ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ, ਜਿਵੇਂ ਇਸ ਵਾਰ ਖਾਸ ਕਰਕੇ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਸੀ ਉਹਦੇ ਡੇਟਸ ਨੂੰ ਲੈ ਕੇ ਕਾਫੀ ਬੜੀ ਕਨਫਿਊਜ਼ਨ ਸੀ। ਤੇ ਹੁਣ ਦੋ ਧਿਰਾਂ ਜਿਹੜੀਆਂ ਇੱਕ ਸੰਤ ਸਮਾਜ ਵਾਲੇ ਹਨ ਤੇ ਦੂਸਰੇ ਜਿਹੜੇ ਹਨ ਉਹ ਮਿਸ਼ਨਰੀ ਸੋਚ ਵਾਲੇ ਹਨ ਜਾਂ ਆਮ ਜਿਹੜੇ ਫਿਲਾਸਫਰ ਹਨ ਜਾਂ ਵਿਦਵਾਨ ਲੋਕੀ ਹਨ, ਉਹ ਸਮਝਦੇ ਨੇ ਕਿ ਨਹੀਂ ਜਿਹੜਾ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਪੁਰੇਵਾਲ ਸਾਹਿਬ ਨੇ ਬਣਾਇਆ ਸੀ ਉਹ ਵੀ ਵਧੀਆ ਹੈਗਾ, ਤੇ ਦੂਸਰੇ ਜਿਹੜੀਆਂ ਸੰਤ ਸਮਾਜ ਵਾਲੇ ਉਹ ਸੰਮਤ ਜਿਹੜਾ ਕਿ ਕੈਲੰਡਰ ਬਿਕਰਮੀ ਕੈਲੰਡਰ ਚੱਲਦਾ ਉਹਨੂੰ ਹੀ ਕਰਨ। ਤੇ ਇਹਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੀ ਮੈਂ ਵੇਖਿਆ ਕਿ ਬੜੇ ਪਰੇਸ਼ਾਨ ਹੈਗੇ ਨੇ, ਉਹ ਕਹਿੰਦੇ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਕੈਲੰਡਰ ਦੇ ਚੱਕਰਾਂ 'ਚ ਰਲੀ ਜਾਂਦੇ ਜਦ ਕਿ ਸਿੱਖ ਕੌਮ ਨੂੰ ਹੋਰ ਵੀ ਬੜੇ ਮਸਲੇ ਹੈਗੇ। ਪਰ ਇਹ ਫਿਲਹਾਲ ਜਿਹੜਾ ਹੈ ਇੱਕ ਸਰਦਰਦੀ ਦਾ ਕਾਰਨ ਔਰ ਸਿੱਖ ਕੌਮ ਦੇ ਵਿੱਚ ਡਿਵੀਜ਼ਨ ਦਾ ਵੰਡ ਦਾ ਇੱਕ ਵੱਡਾ ਕਾਰਨ ਜਿਹੜਾ ਨਾਨਕਸ਼ਾਹੀ ਕੈਲੰਡਰ ਜਾਂ ਸੰਮਤ ਕੈਲੰਡਰ ਜਿਹੜਾ ਲੈ ਕੇ ਇਸ਼ੂ ਜਿਹੜਾ ਹੈ ਇਹ ਵੀ ਇੱਕ ਖੜਾ ਹੈ।
ਤੇ ਢਿੱਲੋਂ ਸਾਹਿਬ, ਇਹ ਤੇ ਸੀ ਸਿੱਖ ਕੌਮ ਦੇ ਨਾਲ ਰਿਲੇਟਡ ਜਿਹੜੀਆਂ ਕੁਝ ਖਬਰਾਂ ਪਿਛਲੇ ਸਾਲ ਦੇ ਵਿੱਚ, ਜਿਹੜਾ 2014 ਦੇ ਵਿੱਚ ਜਿਹੜੀਆਂ ਸੁਰਖੀਆਂ 'ਚ ਰਹੀਆਂ। ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਆਪਾਂ ਸੀਕੁਐਂਸ ਵਾਈਜ਼ ਕਰੀਏ, ਤੇ ਪੰਜਾਬ ਦੇ 'ਚ ਆਉਂਦੇ ਹੈਗੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਦੇਖਿਆ, ਹਾਂਜੀ, ਉਹਨਾਂ ਦੀ ਰਾਈਜ਼ ਸੀਗੀ। ਹਾਂਜੀ, ਕਿਉਂਕਿ ਜ਼ਿਆਦਾ ਕਰਕੇ ਅਕਾਲੀ ਕਾਂਗਰਸ ਚੱਲਦੇ ਸੀ, ਵਿੱਚੋਂ ਤੀਜੀ ਧਿਰ ਆ ਗਈ ਆਮ ਆਦਮੀ ਪਾਰਟੀ। ਹਾਂਜੀ, ਤੁਸੀਂ ਇਹ ਦੇਖਿਆ ਹੋਣਾ ਕਿ ਇਹ ਹਾਲਾਂਕਿ ਪੰਜਾਬ ਦੇ ਵਿੱਚ 4 MP ਬਣ ਗਏ, 13 ਦੇ ਵਿੱਚ 4 MP ਜਿਹੜੇ ਹਨ ਉਹ ਆਮ ਆਦਮੀ ਪਾਰਟੀ ਦੇ ਬਣ ਗਏ, ਪਰ ਅੱਜ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਸੇ ਹੈਗੀ ਹੈ। ਇਹ ਕੀ ਕਾਰਨ ਸਮਝਦੇ ਤੁਸੀਂ? ਮੇਰਾ ਖਿਆਲ ਜੀ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਜੀ, ਜਿਹੜਾ ਇਹਨਾਂ ਦੀ ਸਰਕਾਰ ਦਿੱਲੀ 'ਚ ਬਣੀ ਸੀਗੀ ਤੇ ਇਹਨਾਂ ਨੇ 43-44 ਦਿਨਾਂ ਦੇ ਬਾਅਦ 49 ਦਿਨਾਂ ਦੇ ਬਾਅਦ ਜਿਹੜਾ ਇਹਨਾਂ ਨੇ ਅਸਤੀਫਾ ਦੇ ਦਿੱਤਾ। ਉਹਦੇ ਕਰਕੇ ਜਿਨ੍ਹਾਂ ਨੇ ਵੀ ਬਾਹਰੋਂ ਬੈਠ ਕੇ ਇਹਨਾਂ ਤੇ ਵੱਲ ਉਮੀਦਾਂ ਲਾਈਆਂ ਸੀਗੀਆਂ, ਉਹਨਾਂ ਦਾ ਦਿਲ ਕਿਤੇ ਨਾ ਕਿਤੇ ਖੱਟਾ ਹੋਇਆ। ਉਹਨਾਂ ਨੇ ਇਸ ਗੱਲ ਨੂੰ ਬਹੁਤ ਅੱਛਾ ਨਹੀਂ ਸਮਝਿਆ ਵੀ ਅਗਰ ਤੁਹਾਨੂੰ ਮੈਂਡੇਟ ਮਿਲੀ ਸੀਗੀ, ਮੌਕਾ ਮਿਲਿਆ ਸੀਗਾ, ਤੁਸੀਂ ਦੁਨੀਆ ਨੂੰ ਰਿਪਰੈਜ਼ੈਂਟ ਕਰਨ ਦੀ ਤੁਹਾਨੂੰ ਪਾਵਰ ਦਿੱਤੀ ਗਈ ਸੀਗੀ, ਤੇ ਤੁਸੀਂ ਉਸ ਪਾਵਰ ਦਾ ਕੋਈ ਫਾਇਦਾ ਨਹੀਂ ਚੁੱਕਿਆ। ਤੇ ਉਹਦੇ ਨਾਲ ਜਿਹੜੀ ਸੀਰੀਅਸਨੈਸ ਇਨਵੋਲਵਡ ਸੀਗੀ, ਉਹ ਸੀਰੀਅਸਨੈਸ ਚਲੀ ਗਈ। ਦੂਸਰੀ ਗੱਲ ਸਤਿੰਦਰ ਜੀ, ਆਮ ਆਦਮੀ ਪਾਰਟੀ ਇੱਕ ਕਿਹਾ ਜਾਂਦਾ ਆ ਕਿ ਪੜ੍ਹੇ ਲਿਖੇ ਜਿਹੜੇ ਲੋਕ ਸੀਗੇ, ਉਹਨਾਂ ਦੀ ਪਾਰਟੀ ਲਾਰਜਲੀ ਸੀ, ਉਹਨਾਂ ਦਾ ਬੇਸ ਉੱਥੋਂ ਉੱਠਦਾ ਸੀਗਾ। ਤੇ ਜਿਹੜਾ ਜੰਗ ਸੀ, ਹਾਂਜੀ, ਜਿਹੜਾ ਯੂਥ ਸੀਗਾ, ਜਿਹੜਾ ਪੜ੍ਹਿਆ ਲਿਖਿਆ ਤਬਕਾ ਸੀਗਾ, ਔਰ ਇਹਨਾਂ ਦੇ ਵਿੱਚ ਉਹ ਵੇਵ ਕ੍ਰੀਏਟ ਕਰਨ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਸੀਗਾ। ਹੁਣ ਅੱਜ ਦੀ ਡੇਟ ਦੇ ਵਿੱਚ ਕੀ ਹੈਗਾ ਕਿ ਜਦੋਂ ਦਿੱਲੀ ਦੇ ਵਿੱਚ ਉਹਨਾਂ ਦੀ ਇਹੋ ਜਿਹੀ ਕਾਰਗੁਜ਼ਾਰੀ ਆਈ ਹੈ, ਈਵਨ ਮੀਡੀਆ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਵੀ ਇੱਕ ਤਰੀਕੇ ਦਾ ਝਟਕਾ ਲੱਗਿਆ ਬਈ ਅਸੀਂ ਇਹਨਾਂ ਨੂੰ ਬਿਲਡ ਕਰਕੇ ਲਿਆ ਰਹੇ ਸੀਗੇ ਤੇ ਇਹਨਾਂ ਦੀ ਕਾਰਗੁਜ਼ਾਰੀਆਂ ਦੱਸ ਰਹੇ ਸੀਗੇ ਵੀ ਇਹ ਚੰਗਾ ਕੰਮ ਕਰ ਰਹੇ ਨੇ, ਪਰ ਆਲ ਆਫ ਅ ਸਡਨ ਇਹਨਾਂ ਨੇ ਜੋ ਇਹ ਡਿਸੀਜਨ ਲਿੱਤਾ, ਇਹਨੇ ਸਾਰੀ ਚੀਜ਼ ਜਿਹੜੀ ਹੈ ਡੀਰੇਲ ਕਰਤੀ। ਉਸ ਤੋਂ ਬਾਅਦ ਇਹਨਾਂ ਦੀ ਗਲਤ ਹੈਂਡਲਿੰਗ ਹੋਈ ਆ। ਈਵਨ ਜਿਹੜੀ ਲੋਕ ਸਭਾ ਦੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਇਹਨਾਂ ਨੇ 400-500 ਬੰਦਾ ਖੜਾ ਕਰ, ਹਾਂਜੀ, ਜਦੋਂ ਜਿੱਥੇ ਕਿ ਤੁਹਾਡੀ ਪ੍ਰੈਜ਼ੈਂਸ ਨਹੀਂ ਸੀਗੀ, ਜਦੋਂ ਤੁਹਾਨੂੰ ਖੁਦ ਨੂੰ ਇਹ ਐਨਾਲਿਸਿਸ ਹੋਣਾ ਚਾਹੀਦਾ। ਲੱਗਦਾ ਕਿ ਇਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਅਸੀਂ ਬੰਦਾ ਹੀ ਖੜਨ ਦੀ ਲੋੜ ਹੈਗੀ ਕਿ ਬੰਦੇ ਸਾਰੇ ਬਣ ਜਾਣਗੇ। ਹਾਂਜੀ, ਨਹੀਂ, ਜਿਹੜੀ ਹਿੰਦੁਸਤਾਨ ਦੀ ਪੋਲਿਟਿਕਸ ਹੈ ਜੀ, ਇੰਨੀ ਵੱਡੀ ਆਬਾਦੀ ਨੂੰ ਆਪਣੇ ਨਾਲ ਜੋੜ ਲੈਣਾ ਤੇ ਤੁਸੀਂ ਉਹਨਾਂ ਤੋਂ ਵੋਟਿੰਗ ਕਰਵਾ ਕੇ ਆਪਣੇ ਫੇਵਰ ਦੇ ਵਿੱਚ ਤੁਸੀਂ ਆਪ ਪਾਰਲੀਮੈਂਟ 'ਚ ਚਲੇ ਜਾਣਾ, ਇਹਦੇ ਵਾਸਤੇ ਬਹੁਤ ਐਫਰਟ ਲੱਗਦੀ ਹੈ। ਬਹੁਤ ਇੱਕ ਜਿਹੜਾ ਉਹ ਸੀ ਕਿ ਉੱਥੇ ਵੀ ਉਹਨਾਂ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ, ਇਸ ਕਰਕੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਐਂ ਨਹੀਂ ਲੱਗਿਆ ਵੀ ਜਿਵੇਂ ਯਾਰ ਅਸੀਂ ਗਲਤੀ ਕਰ ਲਈ। ਨਹੀਂ, ਉਸ ਗੱਲੋਂ ਮੈਂ ਇਹ ਜ਼ਰੂਰ ਕਹੂੰਗਾ ਜੀ ਕਿ ਜੋ ਅੱਜ ਦੀ ਡੇਟ ਦੇ ਵਿੱਚ ਉਹ 4 MP ਅਗਰ ਹੈਗੇ ਨੇ, ਤੇ ਸਪੈਸ਼ਲੀ ਅਗਰ ਜ਼ਿਕਰ ਕਰੀਏ ਉਹਨਾਂ 4 'ਚੋਂ ਵੀ ਭਗਵੰਤ ਮਾਨ ਜੀ ਦਾ ਕਾਫੀ ਅੱਛਾ ਰੋਲ ਚੱਲ ਰਿਹਾ ਆ। ਉਹਨਾਂ ਵਾਸਤੇ ਵੀ ਫਸਟ ਟੈਨਿਓਰ ਹੈਗੀ ਐਜ਼ MP। ਬਹੁਤ ਉਹਨਾਂ ਨੇ ਆਪਣੇ ਜਿਹੜਾ ਹਲਕਾ ਸੀਗਾ ਉਹਦੇ ਵਿੱਚ ਦੁਨੀਆ ਨਾਲ ਇਨਵੋਲਵ ਹੋ ਕੇ ਉਹਨਾਂ ਦੀਆਂ ਰੋਜ਼ਮर्रा ਛੋਟੀਆਂ ਇਸ਼ੂਜ਼ ਨੂੰ ਵੀ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਆਪਣੇ ਵੱਲੋਂ ਤਾਂ ਉਹ ਲੱਗੇ ਹੋਏ ਨੇ ਡੈਫੀਨੇਟਲੀ। ਪਰ ਜੇ ਅਸੀਂ ਕਹੀਏ ਵੀ ਹੁਣ ਇੱਕ ਪਾਰਟੀ ਦਾ ਵੱਡਾ ਬੇਸ ਬਣ ਕੇ, ਇੱਕ ਵੱਡੀ ਫੋਰਸ ਬਣ ਕੇ ਉਹ ਸਾਹਮਣੇ ਆ ਗਈ ਹੈ, ਤੇ ਮੇਰਾ ਖਿਆਲ ਨਹੀਂ ਗਿਆ ਕਿ ਅਜੇ ਤੱਕ ਉਹ 'ਚ ਅਸਾਰ ਨਹੀਂ ਨਜ਼ਰ ਆਏ ਹੈਗੇ। ਆਉਣ ਵਾਲੇ ਜਿਹੜੇ ਕੁਛ ਟਾਈਮ ਹੈਗਾ, ਮਹੀਨੇ ਹੈਗੇ ਨੇ, ਬੜੇ ਕਰੂਸ਼ੀਅਲ ਆ। ਉਹ 'ਚ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਖੜਾ ਕਰ ਪਾਉਂਦੇ ਨੇ ਔਰ ਦੁਨੀਆ ਦੇ ਨਾਲ ਰਿਲੇਟ ਕਰ ਪਾਉਂਦੇ ਨੇ ਔਰ ਉਹਨਾਂ ਨੂੰ ਕਨਵਿੰਸ ਕਰ ਪਾਉਂਦੇ ਨੇ ਕਿ ਇਹਨਾਂ ਦੇ ਜਿਹੜੇ ਪਾਲਿਸੀਆਂ ਨੇ ਔਰ ਜਿਹੜੀ ਇਹਨਾਂ ਦੀ ਸੋਚ ਹੈ ਉਹ ਵਧੀਆ ਆ, ਤੇ ਕਿਸ ਤਰ੍ਹਾਂ ਦੁਨੀਆ ਨਾਲ ਇਹਨਾਂ ਦੇ ਨਾਲ ਜੁੜਦੀ ਹੈ, ਟਾਈਮ ਦੱਸੇਗਾ ਜੀ। ਤੇ ਇੱਕ ਹੋਰ ਜਿਹੜੀ ਖਬਰ ਪੰਜਾਬ ਦੇ ਨਾਲ ਜਿਹੜੀ ਰਿਲੇਟਡ ਰਹੀ ਹੈਗੀ, ਪੰਜਾਬ ਦਾ ਮੈਂ ਵੇਖਿਆ ਕਿ ਡਰੱਗ ਦੀਆਂ ਖਬਰਾਂ ਨੇ ਬੜਾ ਪਿੱਛਾ ਕੀਤਾ ਹੈਗਾ। ਹਾਂਜੀ, TV ਡਿਸਕਸ਼ਨ ਦੇ ਵਿੱਚ, ਅਖਬਾਰਾਂ ਦੇ ਵਿੱਚ, ਹਰ ਜਗ੍ਹਾ ਤੇ ਜਿਹੜਾ ਹੈ ਉਹ ਡਰੱਗ ਨੂੰ ਲੈ ਕੇ। ਔਰ ਡਰੱਗ ਇਹ ਨਹੀਂ ਹੈਗਾ ਕਿ ਆਮ ਲੋਕਾਂ ਦੀ ਨਹੀਂ ਗੱਲ ਹੈਗੀ ਕਿ ਉਹਦੇ 'ਚ ਵੱਡੇ ਵੱਡੇ ਲੀਡਰਾਂ ਦੇ ਨਾਂ ਆਉਣ, ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਉਣਾ, ਸਵਰਨ ਸਿੰਘ ਫਲੋਰ ਦੇ ਮੁੰਡੇ ਦਾ ਆਉਣਾ, ਤੇ ਉਹਨਾਂ ਨੇ ਵੀ ਜਿਹੜਾ ਹੈਗਾ ਬੜਾ ਨੱਕ 'ਚ ਦਮ ਕਰੀ ਰੱਖਿਆ ਹੈਗਾ। ਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਹੈ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨਾਂ ਚਰਚਾ ਦੇ ਵਿੱਚ ਰਿਹਾ ਹੈਗਾ। ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਵੀ ਇਹ ਬਾਦਲ ਪਰਿਵਾਰ ਵਾਸਤੇ, ਬਿਕਰਮਜੀਤ ਸਿੰਘ ਮਜੀਠੀਆ ਵਾਸਤੇ ਇੱਕ ਬੜਾ ਟਫ ਟਾਈਮ ਚੱਲ ਰਿਹਾ ਹੈਗਾ ਫਿਲਹਾਲ ਵੀ? ਮੈਨੂੰ ਲੱਗਦਾ ਕਿ ਸਤਿੰਦਰ ਜੀ, ਮੈਂ ਇਸ ਗੱਲ ਨੂੰ ਇਸ ਤਰ੍ਹਾਂ ਲੈਣਾ ਹੈਗਾ ਕਿ ਹਿੰਦੁਸਤਾਨ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਇਹ ਅਗਰ ਸੱਚਾਈ ਹੈਗੀ ਹੈ ਤੇ ਇਹਦੇ ਨਾਲ ਇਹ ਹੈਗਾ ਕਿ ਜਿੰਨੀ ਪਾਪੂਲੇਸ਼ਨ ਇੰਡੀਆ 'ਚ ਹੈਗੀ ਹੈ, ਇਸ ਕਰਕੇ ਉੱਥੇ ਜਿਹੜਾ ਕ੍ਰਾਈਮ ਆ ਜਾਂ ਇਹੋ ਜਿਹੀਆਂ ਜਿਹੜੀਆਂ ਅਪਰਚੁਨਿਟੀਜ਼ ਨੇ, ਮੈਂ ਇਹਨੂੰ ਅਪਰਚੁਨਿਟੀਜ਼ ਇਸ ਕਰਕੇ ਕਹਿ ਰਿਹਾ ਕਿ ਇੱਕ ਟਾਈਮ ਸੀਗਾ ਜਦੋਂ ਬਿਹਾਰ ਔਰ UP ਦੇ ਵਿੱਚ ਕਿਡਨੈਪਿੰਗ ਦਾ ਬਿਜ਼ਨਸ ਜਿਹੜਾ ਸੀਗਾ ਉਹ 5000 ਕਰੋੜ ਦਾ ਸਾਲ ਦਾ
ਇੱਕ ਆંકੜੇ ਦੇ ਮੁਤਾਬਕ ਕਿਹਾ ਜਾਂਦਾ ਸੀਗਾ ਵੀ ਕਿਡਨੈਪਿੰਗ ਦਾ ਬਿਜ਼ਨਸ ਦੇ ਵਿੱਚ 5000 ਕਰੋੜ ਦੀ ਟਰਨਓਵਰ ਆ। ਹੁਣ ਜਿਸ ਇੱਕ ਤਰੀਕੇ ਦੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ 5000 ਕਰੋੜ ਦਾ ਮਨੀ ਇਨਵੋਲਵਡ ਹੋਵੇ, ਉਹ ਜਿਹੜੀ ਹੈਗੀ ਆ ਨਹੀਂ ਜੀ, ਉਹ ਜਿਹੜੀ ਚੀਜ਼ ਹੈਗੀ ਆ, ਉਹ ਜਿਹੜੀ ਲੋਕਲ ਪਾਵਰ ਆ, ਚਾਹੇ ਉਹ ਗਵਰਨਮੈਂਟ ਹੋਵੇ, ਚਾਹੇ ਉਹ ਲਾਅ ਇਨਫੋਰਸਿੰਗ ਏਜੰਸੀਜ਼ ਹੋਣ, ਪੁਲਿਸ ਹੋਵੇ, ਇਹਨਾਂ ਦੀ ਇਨਵੋਲਵਮੈਂਟ ਤੋਂ ਬਿਨਾ ਉਹ ਪਾਵਰਸ ਖੜੀਆਂ ਨਹੀਂ ਹੋ ਸਕਦੀਆਂ। ਅਗਰ 5000 ਕਰੋੜ ਦੀ ਟਰਨਓਵਰ ਹੋ ਰਹੀ ਹੈ ਯੂਪੀ ਔਰ ਬਿਹਾਰ ਦੇ ਵਿੱਚ ਕਿਡਨੈਪਿੰਗ ਨੂੰ ਲੈ ਕੇ, ਜਿਹੜਾ ਕਿ 4 ਸਾਲ ਪਹਿਲਾਂ ਦੇ ਮੈਂ ਆંકੜੇ ਦੀ ਗੱਲ ਕਰ ਰਿਹਾ, ਤੇ ਉਹ ਜਿੰਨਾ ਚਿਰ ਸਟੇਟ ਮਸ਼ੀਨਰੀ ਇਨਵੋਲਵ ਨਹੀਂ ਹੈਗੀ, ਇਹ ਚੀਜ਼ ਨਹੀਂ ਹੋ ਸਕਦੀ। ਹੁਣ ਆਪਾਂ ਡਰੱਗਸ ਦੀ ਗੱਲ ਕੀਤੀ ਪੰਜਾਬ ਨੂੰ ਲੈ ਕੇ, ਇਸੇ ਤਰੀਕੇ ਨਾਲ ਜੇ ਪੰਜਾਬ ਦੀ ਗੱਲ ਕਰ ਰਹੇ ਹਾਂ, ਅੱਜ ਅਕਾਲੀ ਰੌਲਾ ਪਾ ਰਹੇ ਨੇ, ਉਹ ਬਾਰਡਰ ਤੇ ਜਾ ਕੇ ਵੀ ਮੁਜ਼ਾਹਰੇ ਕਰਨ ਨੂੰ ਤਿਆਰ ਬੈਠੇ ਨੇ ਕਿ ਜੀ ਅਸੀਂ ਉੱਥੇ ਜਾ ਕੇ ਮੁਜ਼ਾਹਰੇ ਕਰਨੇ ਆ। ਉਹ ਰਾਜਸਥਾਨ ਨੂੰ ਵੀ ਬਲੇਮ ਕਰ ਰਹੇ ਨੇ, ਉਹ ਮੱਧ ਪ੍ਰਦੇਸ਼ ਨੂੰ ਵੀ ਬਲੇਮ ਕਰ ਰਹੇ ਨੇ। ਹੁਣ ਗੱਲ ਤਾਂ ਇਹ ਹੈਗੀ ਹੈ ਕਿ ਤੁਸੀਂ ਚੀਫ ਮਿਨਿਸਟਰ ਹੋ ਪੰਜਾਬ ਦੇ, ਤੁਸੀਂ ਆਪਣੇ ਜਿਹੜੀ ਸਟੇਟ ਆ ਉਹਨੂੰ ਕਲੀਨ ਕਰਕੇ ਰੱਖਣਾ ਤੁਹਾਡੀ ਰਿਸਪੌਂਸਿਬਿਲਟੀ ਹੈ। ਤੁਹਾਡੇ ਘਰ 'ਚ ਅਗਰ ਗੰਦ ਹੈਗਾ ਤਾਂ ਤੁਸੀਂ ਗੁਆਂਢੀ ਨੂੰ ਬਲੇਮ ਨਹੀਂ ਕਰ ਸਕਦੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ, ਕਹਿੰਦਾ ਜਦੋਂ ਮੈਂ ਚੀਫ ਮਿਨਿਸਟਰ ਬਣਿਆ ਤਾਂ ਮੈਂ ਕਿਹਾ ਵੀ ਨਸ਼ੇ ਆਉਂਦੇ ਕਿੱਥੋਂ ਨੇ, ਤੇ ਬਾਅਦ 'ਚ ਕਰਦੇ ਪਤਾ ਲੱਗਿਆ ਕਿ ਥਾਣਿਆਂ 'ਚ ਹੀ ਸਪਲਾਈ ਹੁੰਦੇ ਨੇ। ਹਾਂ ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਨੇ ਆਪ ਕੈਮਰੇ ਸਾਹਮਣੇ ਕਿਹਾ। ਇਹ ਸੱਚਾਈ ਹੈ ਜੀ ਕਿ ਹਰਿਆਣੇ ਦੇ ਵਿੱਚ ਜਿੰਨੀ ਦੇਰ ਤੱਕ ਸ਼ਰਾਬਬੰਦੀ ਦਾ ਕਾਨੂੰਨ ਸੀਗਾ, ਜਿੰਨਾ ਚਿਰ ਤੱਕ ਹਰਿਆਣਾ ਡਰਾਈ ਸਟੇਟ ਸੀਗੀ, ਤੇ ਇਹ ਫੈਕਟ ਆਫ ਦਾ ਮੈਟਰ ਹੈਗਾ ਕਿ ਥਾਣਿਆਂ ਦੇ ਵਿੱਚੋਂ ਲੋਕਾਂ ਨੇ ਪੇਟੀਆਂ ਜਿਹੜੀਆਂ ਨੇ ਜਾ ਕੇ ਪਰਚੇਸ ਕੀਤੀਆਂ ਨੇ ਆਪਣੇ ਵਿਆਹ ਸ਼ਾਦੀ ਔਰ ਫੰਕਸ਼ਨਸ ਵਾਸਤੇ। ਇਹ ਓਪਨ ਸੀਕ੍ਰੇਟ ਹੈਗਾ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਤੇ ਉਹੀ ਗੱਲ ਆ ਗਈ ਜੀ ਕਿ ਜਿੰਨਾ ਚਿਰ ਤੱਕ ਸਟੇਟ ਮਸ਼ੀਨਰੀ ਜਾਂ ਲਾਅ ਇਨਫੋਰਸਿੰਗ ਏਜੰਸੀਜ਼ ਜਿੰਨਾ ਚਿਰ ਤੱਕ ਇਨਵੋਲਵ ਨਾ ਹੋਣ, ਤੇ ਇਹ ਚੀਜ਼ ਜਿਹੜੀ ਹੈ ਖੜੀ ਨਹੀਂ ਹੋ ਸਕਦੀ। ਅੱਜ ਅਗਰ ਬਾਦਲ ਸਾਹਿਬ ਜਾਂ ਸੁਖਬੀਰ ਜੀ ਕਹਿ ਰਹੇ ਨੇ ਜਾਂ ਕੋਈ ਹੋਰ ਕਹਿ ਰਿਹਾ ਜੀ ਹਾਂਜੀ ਇਹ ਡਰੱਗਸ ਜਿਹੜੇ ਨੇ ਜੀ ਉਹ ਅਫਗਾਨਿਸਤਾਨ 'ਚ ਆ ਰਹੇ ਨੇ ਜੀ, ਉਹ ਪਾਕਿਸਤਾਨ ਦੇ ਰਾਹੀਂ ਪੰਜਾਬ 'ਚ ਆਉਂਦੇ ਨੇ, ਤੇ ਉਹ ਚੀਜ਼ ਜਿਹੜੀ ਹੈਗੀ ਆ ਉਹਨੂੰ ਤੁਸੀਂ ਹਿਸਟੋਰੀਕਲੀ ਬਦਲ ਨਹੀਂ ਸਕਦੇ। ਠੀਕ ਹੈ, ਜੇ ਬਦਲ ਨਹੀਂ ਸਕਦੇ ਤੇ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਆਪਣੀ ਇੰਟੈਲੀਜੈਂਸ ਗੇਅਰ ਅਪ ਕਰਨੀ ਹੈ, ਤੁਸੀਂ ਆਪਣੇ ਰਿਫਾਰਮ ਪ੍ਰੋਗਰਾਮਸ ਚਲਾਣੇ ਨੇ, ਜਨਤਾ ਨੂੰ ਅਵੇਅਰ ਕਰਨ ਦੇ ਪ੍ਰੋਗਰਾਮਸ ਤੁਸੀਂ ਚਲਾਣੇ ਨੇ। ਮਤਲਬ ਕਿ ਕਿਤੇ ਨਾ ਕਿਤੇ ਦਾਲ 'ਚ ਕਾਲਾ ਤੁਸੀਂ ਆਪਣੀ ਰਿਸਪੌਂਸਿਬਿਲਟੀ ਤੋਂ ਭੱਜ ਰਹੇ ਹੋ। ਜੇ ਅੱਜ ਤੁਸੀਂ ਕਹਿ ਰਹੇ ਹੋ ਕਿ ਮੈਂ ਜਾ ਕੇ ਬਾਰਡਰ ਤੇ ਮੁਜ਼ਾਹਰੇ ਕਰਨੇ ਨੇ, ਉਹ ਸ਼ੋਅ ਕਰ ਰਿਹਾ ਕਿ ਤੁਸੀਂ ਇੱਕ ਹਾਰੇ ਹੋਏ ਜੁਆਰੀ ਦਾ ਇੱਕ ਨਮੂਨਾ ਤੁਸੀਂ ਪੇਸ਼ ਕੀਤਾ ਆ। ਤੁਹਾਨੂੰ ਜਾ ਕੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ, ਤੁਸੀਂ ਗਵਰਨਮੈਂਟ ਇਨ ਪਾਵਰ ਹੋ, ਤੁਸੀਂ ਡਿਸੀਜਨ ਲਓ, ਐਕਸ਼ਨ ਲਓ। ਜਿਹੜੇ ਬੰਦੇ ਇਸ ਚੀਜ਼ 'ਚ ਇਨਵੋਲਵ ਨੇ, ਆਪਣੀ ਸੀਰੀਅਸਨੈਸ ਦਿਖਾਓ, ਉਹਨਾਂ ਨੂੰ ਫੜੋ, ਉਹਨਾਂ ਨੂੰ ਅੰਦਰ ਕਰੋ। ਤੇ ਇਹ ਉਲਟਾ ਜਿਹੜਾ ਹੈਗਾ ਕਿ ਹੁਣ ਜਿਵੇਂ ਮਜੀਠੀਆ ਨੂੰ ਲੈ ਕੇ ਜਿਹੜਾ ਹੈਗਾ ਬੜਾ ਮਸਲਾ ਜਿਹੜਾ ਹਾਂਜੀ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਜੀ 5-6 ਘੰਟੇ ਵਾਸਤੇ ਗ੍ਰਿਲਿੰਗ ਕੀਤੀ ਹੈ, ਡਰਿਲਿੰਗ ਵੀ ਕੀਤੀ ਹੈ। ਇਸੇ ਤਰ੍ਹਾਂ ਸਵਰਨ ਸਿੰਘ ਫਲੋਰ ਸੀ, ਮਿਨਿਸਟਰ ਸੀ, ਜੇਲ੍ਹ ਮੰਤਰੀ ਸੀ, ਤੇ ਉਹਦਾ ਮੁੰਡਾ ਵਿੱਚ ਵੀ ਉਹਦਾ ਨਾਂ ਆਇਆ ਸੀ, ਤੇ ਉਹਨਾਂ ਨੂੰ ਵੀ ਜਿਹੜਾ ਬੁਲਾਇਆ ਸੀ ਅਵਿਨਾਸ਼। ਹਾਂਜੀ, ਜਗਦੀਸ਼ ਭੋਲੇ ਦੇ ਜਿਹੜੇ ਇੰਟਰੋਗੇਸ਼ਨ 'ਚ ਇਹ ਸਾਰੇ ਨਾਂ ਨਿਕਲੇ ਸੀਗੇ। ਤੇ ਦੇਖੋ ਆਉਣ ਵਾਲਾ ਜਿਹੜਾ ਹੈ ਇਹ ਡਰੱਗ ਮਸਲਾ ਜਿਹੜਾ ਹੈ ਕਿੰਨਾ ਕੁ ਪੰਜਾਬ ਦਾ ਨੁਕਸਾਨ ਜਾਂ ਫਾਇਦਾ ਕਰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਨਵਜੋਤ ਸਿੱਧੂ ਬੜੇ ਖਬਰਾਂ ਦੇ ਵਿੱਚ ਰਹੇ ਨੇ। ਨਵਜੋਤ ਸਿੱਧੂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਦਾ ਕੀ ਕਾਰਨ? ਨਵਜੋਤ ਸਿੱਧੂ ਜੀ, ਸਤਵਿੰਦਰ ਜੀ, ਜਦੋਂ ਤੋਂ ਇਹਨਾਂ ਨੂੰ ਲੋਕ ਸਭਾ ਸੀਟ ਜਿਹੜੀ ਸੀ ਅੰਮ੍ਰਿਤਸਰ ਤੋਂ ਇਹਨਾਂ ਨੂੰ ਮਨਾ ਕੀਤੀ ਗਈ, ਟਿਕਟ ਨਹੀਂ ਮਿਲੀ, ਔਰ ਉੱਥੇ ਜੇਟਲੀ ਸਾਹਿਬ ਗਏ, ਤੇ ਉਹਦੇ ਵਿੱਚ 100% ਇਹ ਮੰਨ ਕੇ ਚੱਲਦੇ ਨੇ ਕਿ ਰੋਲ ਜਿਹੜਾ ਆ ਉਹ ਬਾਦਲ ਫੈਮਿਲੀ ਦਾ ਆ, ਤੇ ਉਹ ਇਸ ਤਰੀਕੇ ਨਾਲ ਲੈ ਕੇ ਚੱਲੇ ਕਿ ਬਾਦਲ ਫੈਮਿਲੀ ਨੇ ਰੋਲ ਪਲੇ ਕੀਤਾ, ਤੇ ਮੇਰੀ ਜਿਹੜੀ ਟਿਕਟ ਆ ਬਲੌਕ ਕੀਤੀ। ਉਹ ਆਪਣੀ ਪਾਰਟੀ ਤੋਂ ਵੀ ਨਾਖੁਸ਼ ਰਹੇ, ਤੇ 7-8 ਮਹੀਨੇ ਵਾਸਤੇ ਕਹਿ ਲਓ ਵੀ ਇੱਕ ਤਰੀਕੇ ਨਾਲ ਅਗਿਆਤਵਾਸ 'ਚ ਰਹੇ, ਤੇ ਪਤਾ ਹੀ ਨਹੀਂ ਸੀਗਾ ਕਿ ਉਹ ਪੋਲੀਟੀਕਲੀ ਉਹ ਕਿੱਥੇ ਨੇ ਤੇ ਕਿੱਥੇ ਨਹੀਂ ਹੈਗੇ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਹੌਲੀ-ਹੌਲੀ ਕਰਕੇ ਇਨਵੋਲਵ ਕੀਤਾ ਗਿਆ। ਈਵਨ ਹਰਿਆਣੇ ਦੀ ਇਲੈਕਸ਼ਨਸ ਦੇ ਵਿੱਚ ਜਾ ਕੇ ਉਹਨਾਂ ਨੇ ਇਲੈਕਸ਼ਨ ਹੋਈ ਹੈਗੀ ਆ, ਔਰ ਜਿਹੜੇ ਅਕਾਲੀ ਦਲ ਵਾਲੇ ਨਹੀਂ ਮੰਨੇ ਹੈਗੇ ਵੀ ਬੀਜੇਪੀ ਦੇ ਨਾਲ ਜਾਣ ਵਾਸਤੇ, ਬਿਲਕੁਲ ਹਾਂਜੀ, ਇਨੈਲੋ ਦਾ ਸਾਥ ਉਹਨਾਂ ਨਹੀਂ ਛੱਡਿਆ, ਫਿਰ ਉਹਨਾਂ ਨੂੰ ਬਾਹਰ ਕੱਢ ਕੇ ਲਿਆਂਦਾ ਜਾਂ ਜਾ ਕੇ ਉਹਨਾਂ ਨੇ ਜਿਹੜੀ ਪੰਜਾਬੀ ਡੋਮੀਨੇਟਡ ਏਰੀਆ ਸੀ ਸਪੈਸ਼ਲੀ ਉੱਥੇ ਜਾ ਕੇ ਉਹਨਾਂ ਨੇ ਬੜੀਆਂ ਫੈਰੀ ਸਪੀਚਸ ਦਿੱਤੀਆਂ, ਤੇ ਬਾਦਲ ਪਰਿਵਾਰ ਦੇ ਅਗੇਂਸਟ ਕਾਫੀ ਕੁਝ ਬੋਲਿਆ ਉਹਨਾਂ ਨੇ ਚੰਗਾ ਮੰਦਾ। ਤੇ ਉਹਨੂੰ ਮੈਂ ਇਸੇ ਤਰੀਕੇ ਨਾਲ ਲਾਉਂਗਾ ਜੀ ਕਿ ਇਹ ਹੁਣ ਡਬਲ ਸਪੀਕ ਬੀਜੇਪੀ ਦੀ ਬੜੀ ਕਲੀਅਰ ਕੱਟ ਹੈਗੀ ਹੈ ਕਿ ਇੱਕ ਪਾਸੇ ਉਹ ਹਰ ਸਟੈਪ ਦੇ ਉੱਤੇ ਅਕਾਲੀਆਂ ਨੂੰ ਕੁਐਸਚਨ ਕਰ ਰਹੇ ਨੇ, ਉਹਨਾਂ ਦੇ ਡਿਸੀਜਨਸ ਨੂੰ ਕੁਐਸਚਨ ਕਰ ਰਹੇ ਨੇ, ਤੇ ਦੂਜੇ ਪਾਸੇ ਕਹੀ ਜਾ ਰਿਹਾ ਕਿ ਨਹੀਂ ਜੀ ਸਾਡਾ ਸਮਰਥਨ ਇਹਨਾਂ ਨੂੰ ਰਹੇਗਾ, ਉਹ ਅਸੀਂ ਵਿਡਰਾ ਨਹੀਂ ਕਰਨਾ। ਤੇ ਕਦੀ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਵਿਰਸਾ ਸਿੰਘ ਬਲਟੋਆ ਉਹਨਾਂ ਨੇ ਕਿਹਾ ਜੀ ਮੈਂ ਅੱਤਵਾਦੀ ਸੀਗਾ ਤੇ ਅੱਤਵਾਦੀ ਹੈਗਾ ਆ ਤੇ ਮੈਂ ਅੱਤਵਾਦੀ ਰਹਿਣਾ ਆ, ਤੇ ਉਸ ਚੀਜ਼ 'ਚ ਅਗਰ ਅਕਾਲੀ ਘਿਰੇ ਤੇ ਸਾਰਾ ਕੁਝ ਹੋਇਆ, ਬੋਲਣਾ ਤੇ ਜ਼ਰੂਰ ਬੀਜੇਪੀ ਨੂੰ ਪਿਆ। ਉਹਨਾਂ ਦੇ ਰਿਪਰੈਜ਼ੈਂਟੇਟਿਵ ਜੋਸ਼ੀ ਸਾਹਿਬ ਨੇ ਕਿਹਾ ਜੀ ਕਿ ਇਹਨਾਂ
ਨੂੰ ਇਹਨਾਂ ਦੀ ਜ਼ੁਬਾਨ ਤੇ ਲਗਾਮ ਪੈਣੀ ਚਾਹੀਦੀ ਹੈ, ਸਭ ਕੁਝ ਹੋਣਾ ਚਾਹੀਦਾ, ਪਰ ਅਲਟੀਮੇਟਲੀ ਬਾਹਰ ਨਿਕਲ ਕੇ ਉਹ ਫਿਰ ਇਹੀ ਬਿਆਨ ਹੈ ਜੀ ਕਿ ਨਹੀਂ ਜੀ ਸਾਡੀ ਜਿਹੜੀ ਸਪੋਰਟ ਹੈ ਉਹ ਚੱਲਦੀ ਰਹੇਗੀ। ਤੇ ਕਦੀ ਤੁਸੀਂ ਲੜ ਪੈਂਦੇ ਹੋ, ਕਦੀ ਤੁਸੀਂ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਹੋ, ਤੇ ਖੜੇ ਤੁਸੀਂ ਫਿਰ ਬਰਾਬਰ ਨਾਲ ਹੋ। ਔਰ ਇਹਦੇ ਤੋਂ ਸਿਰਫ ਇਹੀ ਹੈਗਾ ਵੀ ਇਹ ਕਿਸੇ ਤਰੀਕੇ ਨਾਲ ਟਾਈਮ ਪਾਸ ਕਰ ਰਹੇ ਨੇ। ਤੇ ਆਉਣ ਵਾਲੀ ਜਿਹੜੀਆਂ ਜਨਰਲ ਇਲੈਕਸ਼ਨਸ ਹੈਗੀਆਂ ਨੇ, ਉਹ ਮੇਰੇ ਹਿਸਾਬ ਨਾਲ ਜੋ ਡਿਵੈਲਪਮੈਂਟ ਹੋ ਰਹੀ ਹੈ, ਜੋ ਨਕਸ਼ਾ ਪੰਜਾਬ ਦਾ ਖਿੱਚਿਆ ਜਾ ਰਿਹਾ, ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਇੰਡੀਪੈਂਡੈਂਟ ਇਲੈਕਸ਼ਨਸ ਲੜਨ ਦੀ ਗੱਲ ਪਰ ਇੱਥੇ ਮੈਂ ਇਹ ਗੱਲ ਕਰਨਾ ਚਾਹਾਂਗਾ, ਜਿਵੇਂ ਆਪਾਂ ਬੀਜੇਪੀ ਦੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਰਿਲੇਸ਼ਨ ਦੀ ਆਪਾਂ ਗੱਲ ਕਰੀਏ, ਇਹਨਾਂ 'ਚ ਜ਼ਰੂਰ ਮਤਲਬ ਖਟਾਸ ਆਈ ਹੈਗੀ ਹੈ। ਪਰ ਜੇ ਨਾ ਤਾਂ ਮੈਨੂੰ ਲੱਗਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਇਕੱਲੇ ਜਿਹੜੇ ਸਰਕਾਰ ਨਹੀਂ ਬਣਾ ਸਕਦੇ, ਪਰ ਦੂਜੇ ਪਾਸੇ ਇਹ ਵੀ ਗੱਲ ਹੈਗੀ, ਮੈਨੂੰ ਉੱਥੇ ਪੰਜਾਬ 'ਚ ਰਹਿੰਦੇ ਆ, ਪੋਲਿਟਿਕਸ ਦੇਖਦੇ ਆ ਜਾਂ ਮਾਹੌਲ ਲੋਕਾਂ ਦਾ ਹੁੰਦਾ, ਉੱਥੇ ਬੀਜੇਪੀ ਵਾਲੇ ਵੀ ਜਿਹੜੇ ਹੈਗੇ ਇੰਡੀਪੈਂਡੈਂਟ ਛੱਡੋ ਤੁਸੀਂ, ਜੇ ਉਹ ਮਤਲਬ 23 ਸੀਟਾਂ ਲੈ ਕੇ ਜਾਂਦੇ ਹੈਗੇ ਨੇ ਅਕਾਲੀ ਦਲ ਦੀ ਸਪੋਰਟ ਨਾਲ, ਮੈਨੂੰ ਲੱਗਦਾ ਉਹ 13 ਹੀ ਲੈ ਜਾਣਗੇ। ਉਹਦਾ ਕਾਰਨ ਕੀ ਹੁੰਦਾ ਹੈਗਾ ਕਿ ਇਹ ਮੋਸਟਲੀ ਜਿਹੜੀਆਂ ਹੈਗੇ ਨੇ ਜਦੋਂ ਵੀ ਇਹਨਾਂ ਦਾ ਕੋਲੈਬੋਰੇਸ਼ਨ ਹੁੰਦਾ ਹੈ ਆਪਸ ਵਿੱਚ, ਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਹੁੰਦੀਆਂ ਉਹ 100% ਜਿਹੜੀਆਂ ਬੀਜੇਪੀ ਨੂੰ ਪੈ ਜਾਂਦੀਆਂ ਨੇ। ਹਾਂਜੀ, ਪਰ ਜੇ ਬੀਜੇਪੀ ਵਾਲੇ ਨੇ ਸਾਥ ਨਹੀਂ ਰਹਿਣਗੇ, ਨਹੀਂ ਵੋਟ ਸਪਲਿਟ ਨਹੀਂ ਹੁੰਦੀ। ਜਿਹੜੀ ਐਂਟੀ ਕਾਂਗਰਸ ਵੋਟ ਆ ਉਹ ਜਾਂ ਬੀਜੇਪੀ ਨੂੰ ਜਾਣੀ ਆ ਜਾਂ ਅਕਾਲੀਆਂ ਨੂੰ ਜਾਣੀ ਆ। ਤੇ ਜੇ ਇਹ ਇਕੱਠੇ ਨਹੀਂ ਰਹਿੰਦੇ ਤੇ ਇਹਦਾ ਹੋ ਸਕਦਾ ਫਾਇਦਾ ਕਾਂਗਰਸ ਨੂੰ ਹੋ ਜਾਏ, ਨੁਕਸਾਨ ਜਿਹੜਾ ਬੀਜੇਪੀ ਨੂੰ ਵੀ ਹੋਣਾ, ਅਕਾਲੀਆਂ ਨੂੰ ਵੀ ਹੋਣਾ। ਬਿਲਕੁਲ, ਤੋਂ ਇਸ ਕਰਕੇ ਇਹ ਇਹਨਾਂ ਨੂੰ ਚੰਗਾ ਭਲਾ ਪਤਾ ਹੈ ਜੀ ਕਿ ਅਸੀਂ ਇੰਡੀਪੈਂਡੈਂਟਲੀ ਖੜੇ ਨਹੀਂ ਹੋ ਸਕਦੇ, ਪਰ ਇਹ ਇਹਨਾਂ ਦੀ ਕੋਸ਼ਿਸ਼ ਐਤਕੀ ਹੈ ਪੂਰੀ ਹੋਣੀ ਹੈ। ਜੋ ਇਹਨਾਂ ਨੇ ਗਰਾਊਂਡ ਵਰਕ ਬਣਾਉਣਾ ਸ਼ੁਰੂ ਕੀਤਾ ਹੈ, ਸਾਂਪਲਾ ਸਾਹਿਬ ਵੀ ਜਾ ਕੇ MP ਬਣ ਗਏ ਨੇ, ਮਿਨਿਸਟਰ ਹੈਗੇ ਨੇ, ਤੇ ਜਾ ਕੇ ਉਹ ਵੀ ਕੁਛ ਨਾ ਕੁਛ ਆਪਣਾ ਪੰਜਾਬ ਦੇ ਵਿੱਚ ਸਮਾਗਮ ਕਰ ਰਹੇ ਨੇ ਤੇ ਸੰਬੋਧਿਤ ਕਰ ਰਹੇ ਨੇ। ਔਰ ਹੁਣ ਸਿੱਖਾਂ ਦੇ ਪੁਆਇੰਟ ਆਫ ਵਿਊ ਨਾਲ ਵੀ ਉਹਨਾਂ ਨੇ ਉੱਥੇ ਆਪਣਾ ਜਿਹੜਾ ਹੈਗਾ ਜੀ ਗੁਰੂ ਕੀ ਵਡਾਲੀ, ਉੱਥੇ ਵੀ ਉਹ ਘਰ ਵਾਪਸੀ ਦਾ ਇਹਨਾਂ ਨੇ ਡਰਾਮਾ ਰਚਿਆ, ਤੇ ਉਹ 'ਚ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਅਸੀਂ ਇਕੱਲੇ ਹਿੰਦੂ ਕਨਵਰਟ ਨਹੀਂ ਕਰ ਰਹੇ, ਵਾਪਸ ਨਹੀਂ ਲਿਆ ਰਹੇ, ਅਸੀਂ ਸਿੱਖਾਂ ਨੂੰ ਵੀ ਵਾਪਸ ਲਿਆ ਰਹੇ ਹਾਂ। ਸੋ ਇਹ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਖੰਭ ਦਾ ਜ਼ਰੂਰ ਇੱਕ ਵਾਰੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੇਖੋ ਆਉਣ ਵਾਲੇ ਦਿਨ ਕੀ ਕਹਿੰਦੇ ਨੇ। ਪਰ ਇਹ ਹੈਗਾ ਕਿ ਬੀਜੇਪੀ ਦਾ ਔਰ ਸ਼੍ਰੋਮਣੀ ਅਕਾਲੀ ਦਾ ਜਿਹੜਾ ਰਿਲੇਸ਼ਨ ਨੂੰ ਲੈ ਕੇ ਜਿਹੜਾ ਹੈ ਕਾਫੀ ਚਰਚਾ ਦੇ ਵਿੱਚ ਰਹੇ ਨੇ। ਆਉਂਦੇ ਸਮੇਂ ਦੇ ਵਿੱਚ 2015 ਦੇ ਵਿੱਚ ਹੁਣ ਪਤਾ ਲੱਗੇਗਾ ਕਿ ਕੀ ਉਹ ਮੋੜ ਲੈਂਦੇ ਹੈਗੇ ਨੇ। ਤੇ ਜੇ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਜਿਵੇਂ ਆਮ ਆਦਮੀ ਪਾਰਟੀ ਦਾ ਮੈਂ ਦੇਖਿਆ ਕਿ ਇੱਕ ਉਛਾਲ ਹੋਇਆ, ਫਿਰ ਉਹਦਾ ਫਾਲ ਵੀ ਹੋ ਗਿਆ। ਇਹਦਾ ਕਾਰਨ ਤੁਸੀਂ ਇਹ ਨਹੀਂ ਸਮਝੇ ਕਿ ਜਿੱਥੇ ਉਹਨਾਂ ਦਾ ਜਿਹੜਾ ਉਛਾਲ ਆਇਆ ਜਾਂ ਉਭਾਰ ਹੋਇਆ ਆਮ ਆਦਮੀ ਪਾਰਟੀ ਦਾ, ਉਹਦੇ ਕਾਰਨ ਸੀ ਕਿ ਕੇਜਰੀਵਾਲ ਉਹਨਾਂ ਨੇ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣੇ ਲੋਕਾਂ ਦੇ ਸਾਹਮਣੇ ਸੱਚਾਈ ਲੈ ਕੇ ਆਉਂਦੀ ਵੀ ਕਿਸ ਤਰ੍ਹਾਂ ਜਿਹੜੇ ਪੋਲੀਟੀਕਲ ਬੰਦੇ ਬਿਜ਼ਨਸਮੈਨ ਰਲ ਕੇ ਦੇਸ਼ ਨੂੰ ਲੁੱਟੀ ਜਾ ਰਹੇ ਹੈਗੇ ਨੇ। ਇੱਕ ਤਾਂ ਉਹਦੇ ਕਰਕੇ ਰਾਈਜ਼ ਹੋਇਆ, ਪਰ ਬਾਅਦ 'ਚ ਮੈਂ ਵੇਖਿਆ ਕਿ ਉਹਨਾਂ ਨੇ ਮੀਡੀਆ ਦੇ ਉੱਤੇ ਬਲੇਮ ਲਾਣੇ ਸ਼ੁਰੂ ਕਰ ਦਿੱਤੇ, ਜਦ ਕਿ ਜਿਹੜੇ ਮੀਡੀਆ ਨੇ ਤੁਹਾਡੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣੀਆਂ ਨੇ, ਬਹੁਤ ਵੱਡਾ ਰੋਲ ਸੀ। ਜੇ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਇਹੀ ਮਾੜਾ ਹੈਗਾ, ਸਾਰਾ ਵੇਖਿਆ, ਸਾਰਾ ਮੀਡੀਆ ਬਕਾਊ ਹੈ, ਇਸ ਤਰ੍ਹਾਂ ਦੇ ਜਦੋਂ ਬਿਆਨ ਆ ਗਏ, ਉਹਦੇ ਕਰਕੇ ਜਿਹੜਾ ਹੈਗਾ ਕਿ ਉਹ ਮੀਡੀਆ ਹੀ ਉਹਦੇ ਅਗੇਂਸਟ ਜਿਹੜੇ, ਕਿਉਂਕਿ ਗਲਤੀਆਂ ਤਾਂ ਹਰ ਇਨਸਾਨ 'ਚ ਹੁੰਦੀਆਂ, ਫਿਰ ਉਹਨਾਂ ਕੇਜਰੀਵਾਲ ਦੀਆਂ ਗਲਤੀਆਂ ਕੱਢ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀਆਂ। ਸੋ ਉਹਦੇ ਚੱਕਰਾਂ ਦੇ ਵਿੱਚ ਜਿਹੜਾ ਇਹਨੂੰ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ। ਔਰ ਅੱਜ ਆਪਣੀ ਜਿਹੜੀ ਹੈ ਧਰਤੀ ਜਿਹੜੀ ਗੁਆਚੀ ਹੋਈ ਖਿਸੀ ਹੋਈ ਧਰਤੀ ਲੱਭਣ ਦੀ ਕੋਸ਼ਿਸ਼ ਕਰਦੇ। ਸਤਿੰਦਰ ਜੀ, ਗੱਲ ਉਹੀ ਹੁੰਦੀ ਹੈ ਕਿ ਤੁਸੀਂ ਇੱਕ ਪੁਰਾਣੀ ਕਹਾਵਤ ਬੜੀ ਮਸ਼ਹੂਰ ਆ ਕਿ ਤੁਸੀਂ ਦੁਸ਼ਮਣ ਕਿੰਨੇ ਕੁ ਪਾਲ ਸਕਦੇ ਹੋ। ਠੀਕ ਹੈ ਜੀ। ਦੂਸਰੀ ਗੱਲ ਹੈ ਕਿ ਅਗਰ ਕਹਿੰਦੇ ਹੈ ਕਿ ਤੁਸੀਂ ਕੀ ਕਹਿੰਦੇ ਨੇ ਪਾਣੀ 'ਚ ਰਹਿਣਾ ਹੋਵੇ ਤੇ ਮਗਰ ਨਾਲ ਵੈਰ ਨਹੀਂ ਕਰ ਸਕਦੇ, ਤੇ ਤੁਸੀਂ ਮਗਰਮੱਛ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਮੀਡੀਆ ਅੱਜ ਦੀ ਡੇਟ 'ਚ ਇੰਡੀਆ 'ਚ ਬਹੁਤ ਵੱਡਾ ਫੈਕਟਰ ਹੈ। ਤੇ ਤੁਸੀਂ ਅਗਰ ਕਹੋ ਜਿਨ੍ਹਾਂ ਨੇ ਤੁਹਾਨੂੰ ਚੱਕਿਆ, ਜਿੱਦਾਂ ਤੁਸੀਂ ਹਾਈਲਾਈਟ ਕੀਤਾ, ਅਗਰ ਉਹਨਾਂ ਦੇ ਅਗੇਂਸਟ ਤੁਸੀਂ ਬੋਲਣਾ ਸ਼ੁਰੂ ਕਰ ਦਿਓ ਤੇ ਚੈਨਲ ਬਾਈ ਚੈਨਲ ਤੁਸੀਂ ਓਪਨ ਨਾ ਲੈ ਕੇ ਉਹਨਾਂ ਨੂੰ ਤੁਸੀਂ ਬਲੇਮ ਕਰਨ ਲੱਗ ਜਾਓ ਕਿ ਅਗਰ ਉਹਨੇ ਆਹ ਗੱਲ ਕਹਿਤੀ ਤੇ ਉਹ ਜੀ ਉਹ ਵਿਕਿਆ ਹੋਇਆ, ਜੇ ਉਹਨੇ ਤੁਹਾਡੇ ਵੱਲ ਦੀ ਗੱਲ ਕਹਿਤੀ ਤੇ ਉਹ ਠੀਕ ਹੈ, ਜੇ ਉਹਨੇ ਆਪੋਜ਼ਿਟ ਗੱਲ ਕਹਿਤੀ ਤੇ ਉਹ ਵਿਕਿਆ ਹੋਇਆ। ਤੇ ਉਹ ਜਿਹੜਾ ਆਈਡੀਓਲੋਜੀ ਆ, ਜਿਹੜਾ ਲੌਜਿਕਸ ਹੁੰਦੇ ਨੇ ਉਹ ਵਰਕ ਨਹੀਂ ਕਰਦੇ। ਉਹਨਾਂ ਨੇ ਪੋਲੀਟੀਕਲ ਮੈਚੁਰਿਟੀ ਨਹੀਂ ਦਿਖਾਈ। ਈਵਨ ਜਿਹੜੀ 49 ਡੇਜ਼ ਦੀ ਸਰਕਾਰ ਸੀਗੀ, ਉਹ ਬਣਾ ਕੇ ਤੇ ਮੁੜ ਕੇ ਰਿਜ਼ਾਈਨ ਕਰਕੇ ਵੀ ਉਹਨਾਂ ਨੇ ਇਹੀ ਸ਼ੋਅ ਕੀਤਾ ਕਿ ਉਹ ਪੋਲੀਟੀਕਲੀ ਮੈਚੁਰ ਨਹੀਂ ਹੈਗੇ। ਤੇ ਸ਼ਾਇਦ ਇਹ ਹੈ ਵੀ ਥੋੜੇ ਟਾਈਮ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੇ ਸੀਗੇ ਤੇ ਬਹੁਤ ਦੁਨੀਆ ਨੂੰ ਸ਼ੋਅ ਕਰਨਾ ਚਾਹੁੰਦੇ ਸੀ ਕਿ ਅਸੀਂ ਪਾਵਰ ਦੇ ਬਹੁਤ ਜ਼ਿਆਦਾ ਅਸੀਂ ਇੱਛੁਕ ਜਾਂ ਭੁੱਖੇ ਨਹੀਂ ਹੈਗੇ, ਤੇ ਅਗਰ ਸਾਡੀਆਂ ਮੰਗਾਂ ਨੇ ਅਗਰ ਪੂਰੀਆਂ ਨਾ ਹੋਈਆਂ ਤੇ ਅਸੀਂ ਪਾਵਰ 'ਚ ਨਹੀਂ ਰਹਿਣਾ। ਪਰ ਇਹਦੇ ਨਾਲ ਨਾਲ ਇਹ ਵੀ ਗੱਲ ਹੈਗੀ ਹੈ ਜੀ ਕਿ ਜਦੋਂ ਤੁਸੀਂ
ਇੱਕ ਐਸੀ ਜੰਗ ਲੜ ਰਹੇ ਹੋ ਜਿੱਥੇ ਆਪੋਨੈਂਟ ਜਿਹੜਾ ਹੈਗਾ ਆ ਤੁਹਾਨੂੰ ਉਹਨੂੰ ਵੀ ਸਮਝਣਾ ਪਏਗਾ ਕਿ ਉਹ ਜਿਹੜੀਆਂ ਆਪੋਜ਼ਿਟ ਦੀ ਗੇਮ ਹੈਗੀ ਐਗਜ਼ੈਕਟਲੀ ਜੇ ਅਗਰ ਤੁਸੀਂ ਬੀਜੇਪੀ ਦੇ ਅਗੇਂਸਟ ਪਿਚਡ ਹੋ ਜਾਂ ਤੁਸੀਂ ਕਾਂਗਰਸ ਦੇ ਅਗੇਂਸਟ ਪਿਚਡ ਹੋ, ਤੁਹਾਨੂੰ ਇਹ ਦੋਨੋਂ ਵੱਡੀਆਂ ਪਾਵਰਸ ਇਹਨਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰਨਾ, ਤੁਹਾਨੂੰ ਉਹਦੀ ਵੀ ਮੈਚੁਰਿਟੀ ਚਾਹੀਦੀ ਹੈ, ਤੁਹਾਨੂੰ ਉਹਦੀ ਵੀ ਸਮਝ ਚਾਹੀਦੀ ਹੈ। ਜੇ ਤੁਸੀਂ ਇਹ ਗੱਲ ਕਹੋ ਵੀ ਸਿਰਫ ਗੱਲਾਂ ਕੈਮਰੇ ਦੇ ਆ ਕੇ ਕਰਕੇ ਤੇ ਤੁਸੀਂ ਦੁਨੀਆ ਨੂੰ ਆਪਣੇ ਵੱਲ ਕਰ ਲੋਗੇ ਤੇ ਠੀਕ ਹੈ, ਥੋੜੀ ਦੇਰ ਤਾੜੀਆਂ ਵੱਜਣਗੀਆਂ, ਪਰ ਜਦੋਂ ਐਕਚੁਅਲ ਵੋਟਸ ਕਨਵਰਸ਼ਨ ਦੀ ਗੱਲ ਆਉਂਦੀ ਹੈ ਜੀ ਉਹਦੇ ਚ ਫਿਰ ਪਾਰਟੀ ਜਿਹੜੀ ਉਹ ਮਾਰ ਖਾਂਦੀ। ਕਹਿਣ ਦਾ ਮਤਲਬ ਕਿ ਜਿਹੜੀ ਪੋਲਿਟਿਕਸ ਹੈਗੀ ਉਹਨੂੰ ਪੋਲਿਟਿਕਸ ਦੇ ਵਾਂਗ ਹੀ ਆਪਾਂ ਚਲਾ ਸਕਦੇ ਹਾਂ। ਕੋਈ ਨਵੀਂ ਜਿਵੇਂ ਮਤਲਬ ਫੁੱਟਬਾਲ ਗੇਮ ਖੇਡਣੀ, ਫੁੱਟਬਾਲ ਦੇ ਰੂਲ ਜਿਹੜੇ ਫੋਲੋ ਕਰਨੇ ਪੈਣਗੇ, ਬਿਲਕੁਲ ਜੀ, ਹਾਕੀ ਖੇਡਣੀ ਤੇ ਹਾਕੀ ਦੇ ਕਰਨੇ ਪੈਣਗੇ। ਇਸੇ ਤਰ੍ਹਾਂ ਜੇ ਪੋਲਿਟਿਕਸ ਹੈ, ਪੋਲਿਟਿਕਸ ਦੇ ਵਿੱਚ ਕੀ ਚੱਲਦਾ ਹੈ, ਕਿੱਦਾਂ ਜਿਹੜਾ ਕਰਨਾ। ਦੂਸਰੀ ਗੱਲ ਜਿਹੜੀ ਤੁਸੀਂ ਹਾਈਲਾਈਟ ਕੀਤੀ ਸੀ ਵੀ ਉਹਨਾਂ ਨੇ ਸਿੱਧੇ ਨਾਂ ਲੈਣੇ ਸ਼ੁਰੂ ਕੀਤੇ, ਉਹ ਵੀ ਇੱਕ ਇਮੈਚੁਰਡ ਸਟੈਪ ਸੀਗਾ। ਸਤਵਿੰਦਰ ਜੀ ਠੀਕ ਹੈ, ਤੁਸੀਂ ਡੈਮੋਕ੍ਰੈਟਿਕ ਕੰਟਰੀ 'ਚ ਹੈਗੇ ਹੋ, ਤੁਹਾਨੂੰ ਰਾਈਟ ਹੈ ਟੂ ਸਪੀਚ, ਤੁਸੀਂ ਕੁਝ ਵੀ ਬੋਲ ਸਕਦੇ ਹੋ, ਪਰ ਜਦੋਂ ਤੁਸੀਂ ਇੱਕ ਰਿਸਪੌਂਸਿਬਲ ਲੀਡਰ ਬਣ ਕੇ ਸਾਹਮਣੇ ਆ ਰਹੇ ਹੋ, ਤੁਸੀਂ ਇੱਕ ਦੇਸ਼ ਇੰਡੀਆ ਐਜ਼ ਅ ਨੇਸ਼ਨ ਦਾ ਤੁਸੀਂ ਲੀਡ ਕਰਨ ਦੀ ਗੱਲਾਂ ਕਰ ਰਹੇ ਹੋ ਜਾਂ ਸੋਚ ਰਹੇ ਹੋ, ਤੇ ਉਹਦੇ ਵਾਸਤੇ ਤੁਹਾਡੀ ਐਜ਼ ਅ ਸਟੇਟਮੈਨਸ਼ਿਪ, ਤੁਹਾਡੀ ਜਿਹੜੇ ਤੁਹਾਡੇ ਸੋਚ ਵਿਚਾਰ ਆ, ਤੁਹਾਡਾ ਜਿਹੜਾ ਕੰਡਕਟ ਆ, ਉਹਨਾਂ ਮੈਚੁਰਡ ਹੋਣਾ ਚਾਹੀਦਾ ਕਿ ਤੁਸੀਂ ਜਿੰਨਾ ਚਿਰ ਤੱਕ ਤੁਸੀਂ ਉਸ ਵੱਡੇ ਘਰ ਦੇ ਅਗੇਂਸਟ ਤੁਸੀਂ ਨਾਂ ਲੈਣ ਤੋਂ ਪਹਿਲਾਂ ਪ੍ਰੂਫ ਇਕੱਠੇ ਕਰਕੇ ਤੇ ਤੁਸੀਂ ਲੌਜੀਕਲੀ ਜਾ ਕੇ ਇੱਕ ਕੰਪੀਟੈਂਟ ਅਥਾਰਟੀ ਨੂੰ ਪ੍ਰੂਵ ਨਹੀਂ ਕਰ ਸਕਦੇ ਕਿ ਹਾਂ ਜੀ ਆਹ ਚੀਜ਼ ਹੈ, ਉਹਨਾਂ ਚਿਰ ਤੱਕ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਓਪਨਲੀ ਗੱਲਾਂ ਜਿਹੜੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ ਸੀ। ਤੇ ਮੋਦੀ ਬੜਾ ਹੋਇਆ, ਔਰ ਮੋਦੀ ਜਿਹੜਾ ਹੈਗਾ ਵੀ ਇੱਕ ਬੜਾ ਵੱਡਾ ਲੀਡਰ ਜਿਹੜਾ ਹੈ ਸਾਹਮਣੇ ਉੱਭਰ ਕੇ ਸਾਹਮਣੇ ਆਏ ਹੈਗੇ। ਹਾਂਜੀ, ਇਹ ਕੀ ਤੁਹਾਨੂੰ ਲੱਗਦਾ ਕਿ ਕੋਈ ਜਿਹੜੇ ਮੈਂ ਅੱਛੇ ਦਿਨਾਂ ਦੀ ਗੱਲ ਕਰਦੀ ਸੀ ਭਾਰਤੀ ਜਨਤਾ ਪਾਰਟੀ, ਕੋਈ ਅੱਛੇ ਦਿਨ ਹਿੰਦੁਸਤਾਨ ਵਾਸਤੇ ਵੀ ਮੋਦੀ ਸਾਹਿਬ ਲੈ ਕੇ ਆਏ ਨੇ, ਕੁਝ ਇਦਾਂ ਦੀ ਕੋਈ ਨਜ਼ਰ ਨਹੀਂ ਆਈ? ਸਤਿੰਦਰ ਜੀ ਗੱਲ ਇੱਦਾਂ ਹੈਗੀ ਹੈ ਕਿ ਬਹੁਤ ਅੱਛਾ ਟਰੈਕ ਰਿਕਾਰਡ ਹੈਗਾ ਆ ਇਹਨਾਂ ਦਾ ਐਜ਼ ਅ ਚੀਫ ਮਿਨਿਸਟਰ ਜਦੋਂ ਇਹ ਗੁਜਰਾਤ ਦੇ ਸੀਗੇ, ਤੇ ਜਦੋਂ ਤੋਂ ਇਹਨਾਂ ਨੂੰ ਪ੍ਰੋਜੈਕਟ ਕੀਤਾ ਪ੍ਰਾਈਮ ਮਿਨਿਸਟਰਲ ਕੈਂਡੀਡੇਟ ਬੀਜੇਪੀ ਵੱਲੋਂ, ਤੇ ਪਾਰਟੀ ਨੇ ਓਵਰਵੈਲਮਿੰਗ ਇਹਨਾਂ ਨੂੰ ਸਪੋਰਟ ਕੀਤਾ। ਇਹਨਾਂ ਨੇ ਵੀ ਕਿਉਂਕਿ ਅੱਛੇ ਓਰੇਟਰ ਨੇ, ਅੱਛੀ ਸਪੀਚ ਦਿੰਦੇ ਨੇ, ਜਦੋਂ ਗਏ ਆ ਦੁਨੀਆ ਨੂੰ ਬੜੇ ਸੁਪਨੇ ਵੇਚੇ ਇਹਨਾਂ ਨੇ ਤੇ ਵੱਡੀਆਂ ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ। ਸਵਾਲ ਜਿਹੜਾ ਆ ਉਹ ਫਿਰ ਉਹੀ ਆਉਂਦਾ ਜੀ ਕਿ ਇੰਡੀਆ ਦੀ ਇੰਡੀਆ ਨੂੰ ਰੂਲ ਕਰਨਾ ਉਹ ਸ਼ੇਰ ਦੀ ਸਵਾਰੀ ਵਾਲੀ ਗੱਲ ਹੈ। ਮੈਂ ਹਮੇਸ਼ਾ ਇੱਕ ਗੱਲ ਕਰਨਾ ਕਿ ਪਹਿਲਾਂ ਤਾਂ ਤੁਸੀਂ ਸ਼ੇਰ ਦੀ ਸਵਾਰੀ ਕਰਨੀ ਔਖੀ ਹੈ, ਜੇ ਤੁਸੀਂ ਕਰੋ ਤਾਂ ਫਿਰ ਸ਼ੇਰ ਦੇ ਉੱਪਰ ਬਹਿਣਾ ਬੜਾ ਔਖਾ ਹੈ। ਹੁਣ ਉਹ ਸੱਚਾਈਆਂ ਜਿਹੜੀਆਂ ਨੇ ਉਹ ਮੋਦੀ ਸਾਹਿਬ ਦੇ ਵੀ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਗੱਲਾਂ ਵੀ ਇਹਨਾਂ ਨੇ ਇਲੈਕਸ਼ਨਸ ਦੇ ਟਾਈਮ ਤੇ ਕਹੀਆਂ, ਜਿਹਦੇ 'ਚ ਲਾਰਜਲੀ ਇਹਨਾਂ ਨੇ ਸਭ ਨੂੰ ਸੁਪਨੇ ਦਿਖਾਏ ਕਿ ਜੀ ਤੁਹਾਨੂੰ ਇੰਨਾ ਕੈਸ਼ ਵਾਪਸ ਆ ਜਾਏਗਾ, ਮੈਂ 100 ਦਿਨਾਂ 'ਚ ਜਿਹੜਾ ਕਾਲਾ ਧਨ ਆ ਵਾਪਸ ਲਿਆਵਾਂਗਾ, ਇਹ ਉਹਦੇ 'ਚੋਂ ਪਿੱਛੇ ਹਟ ਗਏ। ਉਸ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਜਿਹੜੀਆਂ ਪ੍ਰਾਈਸਿਸ ਨੇ ਉਹ ਉੱਪਰ ਗਈਆਂ, ਪ੍ਰਾਈਸਿਸ ਕੰਟਰੋਲ ਨਹੀਂ ਕਰ ਸਕੇ, ਔਰ ਉਹ ਇਕਨੋਮਿਕ ਜਿਹੜੇ ਰੀਜ਼ਨ ਸੀਗੇ ਉਹ ਮਨਮੋਹਨ ਸਿੰਘ ਲੈਡ ਜਿਹੜੀ ਸਰਕਾਰ ਸੀਗੀ ਉਹਨਾਂ ਦੇ ਵੀ ਬਿਯੋਂਡ ਕੰਟਰੋਲ ਸੀਗੇ। ਉਹੀ ਚੀਜ਼ ਹੁਣ ਇਹਨਾਂ ਨੇ 8-9-10 ਮਹੀਨਿਆਂ ਦੇ ਵਿੱਚ ਪ੍ਰੂਵ ਹੋ ਗਿਆ। ਹਾਂਜੀ, ਕਿਉਂਕਿ ਜਿਹੜੇ ਇਕਨੋਮਿਕ ਜਿਹੜੇ ਰਿਫਾਰਮਸ ਨੇ ਉਹ ਆਪਣਾ ਟਾਈਮ ਲੈਂਦੇ ਨੇ ਰਿਜ਼ਲਟ ਦਿਖਾਉਣ ਦਾ, ਔਰ ਜਿਹੜੇ ਇਕਨੋਮਿਕ ਜਿਹੜੀ ਅਗਰ ਸਲੋ ਡਾਊਨ ਹੋਈ ਸੀਗੀ ਇੰਡੀਆ ਦੀ ਇਕਨੋਮੀ, ਉਹਦੇ ਵਿੱਚ ਰਿਫਾਰਮਸ ਇੱਕ ਕਾਰਨ ਨਹੀਂ ਸੀਗਾ, ਉਹਦੇ 'ਚ ਜੋ ਵਰਲਡ ਨੇ ਇੱਕ ਰਿਸੈਸ਼ਨ ਦੇਖੀ ਤੇ ਇੰਡੀਆ ਉਹ 'ਚ ਬਚਿਆ ਰਿਹਾ, ਪਰ ਉਹਦਾ ਇੰਡੀਆ ਦੇ ਉੱਤੇ ਇਫੈਕਟ ਹੌਲੀ ਹੌਲੀ, ਕਿਉਂਕਿ ਇੰਡੀਆ ਇੱਕ ਗਲੋਬਲ ਵਿਲੇਜ ਦਾ ਇੱਕ ਪਾਰਟ ਆ, ਉਹ ਉਸ ਤੋਂ ਬਚ ਨਹੀਂ ਸਕਦਾ। ਪਰ ਮੈਂ ਕਹਾਂਗਾ ਕਿ ਇੰਨੀ ਜ਼ਬਰਦਸਤ ਜ਼ਰੂਰ ਸਿਚੁਏਸ਼ਨ ਰਹੀ ਕਿ ਜਦੋਂ ਵਰਲਡ ਅਮਰੀਕਾ ਵਰਗੇ ਕੰਟਰੀਜ਼ ਔਰ ਕੈਨੇਡਾ ਵਰਗੇ ਕੰਟਰੀਜ਼ ਅੰਡਰ ਪ੍ਰੈਸ਼ਰ ਸੀਗੇ ਤੇ ਇੰਡੀਆ ਜਿਹੜਾ ਸੀਗਾ ਉਹ ਗਰੋ ਕਰ ਰਿਹਾ ਸੀ, ਤੇ ਅਗਰ ਡਬਲ ਡਿਜਿਟ ਤੱਕ ਅਗਰ ਗਰੋਥ ਮਨਮੋਹਨ ਸਿੰਘ ਸਰਕਾਰ ਦੇ ਅੰਡਰ ਗਈ ਹੈ ਤੇ ਆਫਟਰ ਆਲ ਕੁਝ ਕਾਰਵਾਈ ਉੱਥੇ ਹੋਈ ਸੀਗੀ। ਹੁਣ ਅਗਰ ਉਹ ਲਾਸਟ ਦੇ ਅਗਰ 3 ਜਾਂ 4 ਸਾਲ ਦੇ ਵਿੱਚ ਅਗਰ ਗਰੋਥ ਸਲੋ ਡਾਊਨ ਹੋਈ ਸੀਗੀ, ਉਹ ਲਾਰਜਲੀ ਰਿਲੇਟਡ ਯੈਸ ਇਹਦੇ 'ਚ ਬਹੁਤ ਵੱਡਾ ਫੈਕਟਰ ਸੀਗਾ ਜਿਹੜਾ ਕੋਲ ਸਕੈਮ ਸਾਹਮਣੇ ਆਇਆ, ਜਿਹਦੇ ਵਿੱਚ ਬਹੁਤ ਮੈਂ ਕਹਾਂਗਾ ਕਿ ਮਾੜੇ ਤਰੀਕੇ ਨਾਲ ਉਹ ਚੀਜ਼ ਹੈਂਡਲ ਕੀਤੀ ਗਈ, ਔਰ ਉਸ ਤੋਂ ਬਾਅਦ ਬੀਜੇਪੀ ਨੇ ਤੇ ਇਹ ਧਈਆ ਕੀਤਾ ਸੀਗਾ ਕਿ ਅਸੀਂ ਇਹਨਾਂ ਨੂੰ ਸੈਕੰਡ ਜਿਹੜੀ ਟਰਨਿਓਰ ਹੈਗੀ ਹੈ ਉਹਦੇ 'ਚ ਪਾਰਲੀਮੈਂਟ ਚੱਲਣ ਹੀ ਨਹੀਂ ਦੇਣੀ। ਤੇ ਜੇ ਅੱਜ ਹੁਣ 10 ਮਹੀਨਿਆਂ ਦੇ ਵਿੱਚ ਜਾਂ 8 ਮਹੀਨਿਆਂ ਜੋ ਵੀ ਇਹਨਾਂ ਦਾ ਟਾਈਮ ਹੋਇਆ, ਉਹਦੇ ਵਿੱਚ ਜਿੰਨੇ ਇਹਨਾਂ ਨੇ ਜਿਹੜੇ ਪ੍ਰੋਜੈਕਟ ਕਲੀਅਰ ਕੀਤੇ ਨੇ, ਉਹਦੇ 'ਚ 80% 90% ਪ੍ਰੋਜੈਕਟ ਉਹ ਨੇ ਜਿਹੜੇ UPA ਸਰਕਾਰ ਦੇ ਤਿਆਰ ਕੀਤੇ ਹੋਏ ਸੀ। ਪਰ ਜੇ ਆਪਾਂ ਇਹੀ ਗੱਲ ਕਰੀਏ ਕਿ ਜੇ ਅਜੇ ਤੱਕ ਕੋਈ ਨਵੀਂ ਜਿਹੜੀ ਹੈ ਕੋਈ ਪੈਡ ਨਜ਼ਰ ਨਹੀਂ ਆ ਰਹੀ ਹੈਗੀ, ਪੁਰਾਣੀਆਂ ਪੈਡਾਂ ਦੇ ਉੱਤੇ। ਹਾਂਜੀ, ਕਿਉਂਕਿ ਤੁਸੀਂ ਜਿਹੜੇ ਸੁਪਨੇ ਵੇਚਦੇ ਹੋ ਜੀ, ਸੁਪਨੇ ਜਿਹੜੇ ਨੇ ਉਹ ਆਫਟਰ ਆਲ ਦਿਨ ਚੜ੍ਹਦਾ ਆ, ਦੁਨੀਆ ਦੀ ਜਾਗ ਖੁੱਲਦੀ ਹੈ
ਤੇ ਤੁਸੀਂ ਉਹ ਫਿਰ ਅਸਲੀਅਤ ਦਾ ਜਿਹੜਾ ਸਾਹਮਣੇ ਆਉਂਦੀ ਹੈ। ਤੇ ਹੁਣ ਇਹ ਆ ਵੀ ਜੇ ਤੁਸੀਂ ਕਹੋ ਵੀ ਸਿਰਫ ਗੱਲਾਂ ਨਾਲ ਹੀ ਤੁਸੀਂ ਕੰਮ ਸਾਰ ਲਓਗੇ ਤੇ ਉਸ ਤਰ੍ਹਾਂ ਨਹੀਂ ਹੋਣਾ। ਤੇ ਹੁਣ ਗਰਾਊਂਡ ਰਿਐਲਿਟੀਜ਼ ਇਹ ਨੇ ਕਿ ਬੀਜੇਪੀ ਦੇ ਜ਼ਰੂਰ ਚੰਗੇ ਦਿਨ ਚੱਲ ਰਹੇ ਨੇ। ਦੇਸ਼ ਦੇ ਕਦੋਂ ਚੰਗੇ ਦਿਨ ਚੱਲਣਗੇ, ਮੈਂ ਉਮੀਦ ਕਰਦਾ ਕਿ 2015 ਸ਼ਾਇਦ ਕੋਈ ਵਧੀਆ ਸੁਨੇਹਾ ਲਿਆਵੇ। ਠੀਕ ਹੈ। ਤੇ ਢਿੱਲੋਂ ਸਾਹਿਬ, ਇੱਕ ਬਾਬਿਆਂ ਨੇ ਬੜਾ ਵਕਤ ਪਾਈ ਰੱਖਿਆ ਹੈਗਾ, ਜਿਵੇਂ ਰਾਮਪਾਲ ਸੀ ਜਿਹੜੇ ਹਰਿਆਣੇ ਦੇ ਵਿੱਚ, ਉਹਨਾਂ ਨੇ ਇੱਕ ਡੇਰਾ ਬਣਾਇਆ ਸੀ, ਉਹਨੂੰ ਚੈਲੰਜ ਕਰਨ ਲੱਗ ਪਏ, ਉਹਨਾਂ ਨੇ ਆਪਣੀ ਕਮਾਂਡੋ ਫੋਰਸ ਬਣਾਈ ਸੀ। ਇਸੇ ਤਰ੍ਹਾਂ ਜਿਹੜਾ ਹੈ ਆਪਣੇ ਆਸ਼ੂਤੋਸ਼ ਜਿਹੜੇ ਹੈਗੇ ਤਕਰੀਬਨ ਮੈਂ ਕਿਹਾ ਸਾਲ ਹੀ ਹੋ ਗਿਆ ਉਹਨਾਂ ਨੂੰ ਫਰੀਜ਼ਰ ਦੇ ਵਿੱਚ ਲੱਗਿਆ ਹੋਇਆ। ਹਾਂਜੀ। ਤੇ ਇੱਕ ਹੋਰ ਜਿਵੇਂ ਸਿਰਸੇ ਵਾਲੇ ਬਾਬੇ ਹੈ, ਉਹਨਾਂ ਨੇ ਹਾਲਾਂਕਿ ਇੱਕ ਫਿਲਮ ਬਣਾਈ ਹੈਗੀ ਆ ਮੈਸੇਂਜਰ ਆਫ ਗੋਡ ਕਰਕੇ ਬਣਾਈ ਹੈ, ਪਰ ਦੂਜੇ ਪਾਸੇ ਜਿਹੜਾ ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈਗਾ ਜਾਂ ਇੱਕ ਆਰਡਰ ਦਿੱਤਾ ਹੈ ਵੀ FIR ਉਹ 'ਤੇ ਕੀਤੀ ਜਾਵੇ ਕਿ ਜੇ ਇਹ ਇਲਜ਼ਾਮ ਲੱਗਿਆ ਸੀ ਕਿ ਬਹੁਤ ਸਾਰੇ ਉੱਥੇ ਜਿਹੜੇ ਹਨ ਉਹਨਾਂ ਦੇ ਸੇਵਕ ਜਿਹੜੇ ਹਨ ਉਹਨਾਂ ਨੂੰ ਜਿਹੜਾ ਨਪੁੰਸਕ ਜਿਹੜਾ ਹੈ ਅੰਦਰ ਹੀ ਡਾਕਟਰ ਜਿਹੜਾ ਹੈਗਾ ਉਹਨਾਂ ਦੀ ਮਦਦ ਨਾਲ ਜਿਹੜਾ ਬਣਾਇਆ ਜਾ ਰਿਹਾ ਹੈਗਾ। ਇਹ ਬਾਬਿਆਂ ਨੇ ਤੇ ਕਾਫੀ ਪੜ੍ਹਨੇ ਪਾਈ ਰੱਖਿਆ ਹੈਗਾ, ਪਰ ਮੈਨੂੰ ਲੱਗਦਾ ਕਿ ਇੱਕ ਕਿਉਂਕਿ ਪੋਲੀਟੀਕਲ ਲੋਕੀ ਜਿਹੜੇ ਸੀ, ਪੋਲੀਟੀਕਲ ਪਾਰਟੀਆਂ ਇਹਨਾਂ ਬਾਬਿਆਂ ਨੂੰ ਯੂਜ਼ ਕਰਦੇ ਸੀ, ਉਹਨਾਂ ਨੇ ਜੀ ਬਿਲਕੁਲ ਹਾਂਜੀ ਉਹਨਾਂ ਨੇ ਹਾਈ ਕੋਰਟ ਵੱਲੋਂ ਇੱਕ ਹਮੇਸ਼ਾ ਹੀ ਜੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਬਾਬਿਆਂ ਨੂੰ ਯੂਜ਼ ਕੀਤਾ ਆ, ਐਕਸਪਲੋਇਟ ਕੀਤਾ ਆ। ਪਰ ਮੈਂ ਇੱਥੇ ਇਹੀ ਕਹੂੰਗਾ ਜੀ ਕਿ 2015 ਆ ਰਿਹਾ ਆ ਤੇ ਜਿੰਨੇ ਵੀ ਸਾਡੇ ਦੇਸ਼ ਵਾਸੀ ਨੇ ਉਹ ਸ਼ਾਇਦ ਇਹਨਾਂ ਦੇ ਬਾਬਿਆਂ ਦੇ ਚੁਗਲਾਂ ਚੋਂ ਨਿਕਲ ਕੇ ਜੋ ਜ਼ਿੰਦਗੀ ਦਾ ਪੋਜ਼ਿਟਿਵਿਟੀ ਹੈਗੀ ਹੈ, ਜੋ ਚਾਹੇ ਉਹ ਅਗਰ ਹਿੰਦੂ ਧਰਮ ਹੈ ਤੇ ਗੀਤਾ ਉਹਨਾਂ ਕੋਲ ਅਵੇਲੇਬਲ ਆ, ਜੇ ਸਿੱਖ ਨੇ ਤੇ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਅਵੇਲੇਬਲ ਆ, ਉਹਨਾਂ 'ਚ ਲੱਭਣ ਜੋ ਜ਼ਿੰਦਗੀ ਦੀਆਂ ਸੱਚਾਈਆਂ ਨੇ ਉਹਦੇ 'ਚ ਲੱਭਣ ਤੇ ਸ਼ਾਇਦ ਉਹਨਾਂ ਦਾ ਜੀਵਨ ਜਿਹੜਾ ਆ ਉਹ ਵਧੀਆ ਗੁਜ਼ਰ ਸਕਦਾ। ਇਹਨਾਂ ਬਾਬਿਆਂ ਨੇ ਨਾ ਪਹਿਲਾਂ ਕਦੀ ਜ਼ਿੰਦਗੀ 'ਚ ਕੁਝ ਦਿੱਤਾ ਆ ਕਿਸੇ ਨੂੰ, ਨਾ ਗਾਂ ਦੇ ਸਕਣਾ। ਤੇ ਮੈਂ ਤਾਂ ਇਹੀ ਉਮੀਦ ਕਰਦਾ ਵੀ 2015 ਦੇ ਵਿੱਚ ਵਧੀਆ ਇਸ ਪੱਖੋਂ ਵੀ ਦੁਨੀਆ ਜਿਹੜੀ ਆ ਜਾਗਰੂਕ ਹੋਏਗੀ। ਤੇ 2014 ਦੇ ਵਿੱਚ ਜਿਹੜੇ ਹੁਣੇ ਹਫ਼ਤਾ ਪਹਿਲਾਂ ਇੱਕ ਮੂਵੀ ਆਈ PK ਜਿਹੜੀ ਹੈ ਉਹਨੇ ਬਣਾਈ ਹੈ, ਹਾਂਜੀ ਉਹ ਕਾਫੀ ਵਿਵਾਦਗ੍ਰਸਤ ਹੋਈ ਹੈ। ਹਾਂਜੀ। ਤੇ ਉਹ ਬਾਬਿਆਂ ਦੇ ਜਿਹੜਾ ਹੈਗਾ ਉਹ ਮੈਂ ਇੱਕ ਕਲਿੱਪ ਉਹਦਾ ਦੇਖ ਰਿਹਾ ਸੀ ਤੇ ਬੜਾ ਵਧੀਆ ਦੱਸਦਾ ਕਿ ਬਾਬਿਆਂ ਦਾ ਕੰਮ ਕਿੱਦਾਂ ਚੱਲਦਾ ਹੈਗਾ। ਉਹ ਕਹਿੰਦਾ ਵੀ ਥੋੜੀ ਜਿਹੀ ਇਨਵੈਸਟਮੈਂਟ ਹੁੰਦੀ ਹੈ ਤੇ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ, ਗਾਹਕ ਆਪਣੇ ਆਪ ਹੀ ਆਉਂਦੇ ਹੈਗੇ ਤੇ ਇਸ ਕਰਕੇ ਇਸ ਨੂੰ ਬਿਜ਼ਨਸ ਮਾਡਲ ਦੇ ਤੌਰ ਤੇ ਜਿਹੜੇ ਹਨ ਡੇਰੇ ਵਾਲੇ ਜਿਹੜੇ ਬਣਾ ਰਹੇ ਉਹਨਾਂ ਦੇ ਹਰ ਧਰਮ ਦੇ ਵਿੱਚ ਜਿਹੜੀ ਇਹ ਚੀਜ਼ ਫੈਲ ਰਹੀ ਹੈਗੀ ਆ। ਪਰ ਜਿਹੜੀ ਤੁਸੀਂ ਪਿਕਚਰ ਦਾ ਨਾਂ ਲਿੱਤਾ ਜੀ ਉਹਦੇ 'ਚ ਵੀ ਹੁਣ ਵਿਵਾਦ ਬੜੇ ਉੱਠੇ ਨੇ ਪੋਲੀਟੀਕਲੀ। ਨੈਚੁਰਲੀ ਜਿਵੇਂ ਵੀ ਤੁਸੀਂ ਦੇਖੋ, ਜੇ ਮੈਂ ਇੱਥੇ ਆਪਾਂ ਡਿਟੇਲ 'ਚ ਜਾਣ ਲੱਗੇ ਗੱਲ ਲੰਬੀ ਹੋਵੇਗੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੇ ਜਿਹੜਾ ਹੈਗਾ ਵੀ ਇਹਨੇ ਪੁਜਾਰੀਵਾਦ ਦੇ ਉੱਤੇ ਜਿਹੜੀ ਹੈਗੀ ਹੈ ਚੋਟ ਕੀਤੀ ਸੀ, ਉਹਨਾਂ ਦੇ ਪਖੰਡਵਾਦ ਤੇ ਚੋਟ ਕੀਤੀ ਸੀ। ਇਸੇ ਕਰਕੇ ਸਿੱਖ ਕੌਮ ਨੂੰ ਜਿਹੜੀਆਂ ਕੁਰਬਾਨੀਆਂ ਇੰਨੀਆਂ ਕਰਨੀਆਂ ਪਈਆਂ, ਤੱਤੀਆਂ ਲੋਹਾਂ ਤੇ ਬੈਠਣਾ ਪਿਆ, ਕਿਉਂਕਿ ਉਹਨਾਂ ਨੇ ਉਹਨਾਂ ਪੁਜਾਰੀਆਂ ਦੀ ਜਿਹੜੇ ਪੇਟ ਤੇ ਲੱਤ ਮਾਰੀ ਸੀ। ਤੇ ਅਮੀਰ ਖਾਨ ਅੱਜ ਜੇ ਕਿਸੇ ਦੀ ਮਤਲਬ ਪੇਟ ਤੇ ਲੱਤ ਮਾਰ ਰਿਹਾ ਤਾਂ ਨੈਚੁਰਲੀ ਉਹਦੀ ਫਿਲਮ ਦੁਨੀਆ ਨੂੰ ਕਸ਼ਟ ਤੇ ਹੋਣਾ ਹੀ ਹੈ। ਕਸ਼ਟ ਉਹਨਾਂ ਨੂੰ ਹੁੰਦਾ ਕਸ਼ਟ, ਪਰ ਜਿਹੜੇ ਆਮ ਲੋਕੀ ਹੁੰਦੇ ਨੇ, ਮੁਜ਼ਾਹਰਾ ਕਰਨ ਵਾਲੇ ਹੁੰਦੇ ਨੇ, ਇਹ ਤੇ ਕਠਪੁਤਲੀਆਂ ਹੁੰਦੇ ਨੇ ਵਿਚਾਰੇ, ਇਹ ਭੜਕਾਹਟ ਦੇ ਵਿੱਚ ਆ ਜਾਂਦੇ ਨੇ ਵੀ ਸਾਡੀ ਜਿਹੜੀ ਆਸਥਾ ਦੇ ਉੱਤੇ ਸੱਟ ਮਾਰੀ ਹੈ, ਪਰ ਇਹ ਨਹੀਂ ਦੇਖਦੇ ਆਸਥਾ ਦੇ ਨਾਂ ਤੇ ਉਹਨਾਂ ਨੂੰ ਲੁੱਟਿਆ ਕਿੰਨਾ ਜਾ ਰਿਹਾ ਕਿ ਹਰ ਗੁਰਦੁਆਰੇ, ਹਰ ਮੰਦਿਰ, ਹਰ ਜਿਹੜਾ ਹੈਗਾ ਵੀ ਧਾਰਮਿਕ ਸਥਾਨ ਦੇ ਵਿੱਚ ਇਹੋ ਜਿਹੇ ਬਿਰਤੀ ਵਾਲੇ ਲੋਕ ਅੱਜ ਕੱਲ੍ਹ ਬਹੁਤ ਜਿਹੜੇ ਹਨ ਹੈਵੀ ਹੋ ਚੁੱਕੇ ਹਨ। ਤੇ ਜੇ ਇੰਟਰਨੈਸ਼ਨਲ ਆਪਾਂ ਆਈਸਿਸ ਦੀ ਗੱਲ ਕਰੀਏ ਹੈ ਨਾ, ਇੰਟਰਨੈਸ਼ਨਲ ਖਬਰਾਂ, ਆਈਸਿਸ ਜਿਹੜਾ ਹੈ ਉਹ ਬੜਾ ਚਰਚਾ ਦੇ ਵਿੱਚ, ਉਹਦੇ ਬਾਰੇ ਥੋੜੀ ਜਿਹੀ ਦੱਸੋ ਵੀ ਕਿਸ ਤਰ੍ਹਾਂ ਉਹ ਚਰਚਾ 'ਚ ਚਰਿਆ ਤੇ ਕਿਸ। ਹਾਂਜੀ, ਆਈਸਿਸ ਨੇ ਜੀ ਬੜਾ ਸਡਨ ਰਾਈਜ਼ ਕੀਤਾ ਆ, ਜਿਹੜਾ ਇਰਾਕ ਦਾ ਕਾਫੀ ਸਾਰਾ ਪੋਰਸ਼ਨ, ਜਿਹਦੇ ਵਿੱਚ ਸੀਰੀਆ ਦੇ ਵੀ ਕਾਫੀ ਏਰੀਆ ਜਿਹੜਾ ਸੀ ਉਹਨਾਂ ਨੇ ਆਪਣੇ ਕਬਜ਼ੇ 'ਚ ਲਿੱਤਾ ਔਰ ਬਹੁਤ ਕਰੂਅਲਤਾ ਦਿਖਾਈ ਉਹਨਾਂ ਨੇ ਉੱਥੇ। ਜੋ ਵੀ ਹੋਇਆ ਅੱਜ ਤੱਕ ਮੇਰਾ ਖਿਆਲ ਹੈ ਕਿ ਨੋਨ ਹਿਸਟਰੀ ਦੇ ਵਿੱਚ ਉਹੋ ਜਿਹੇ ਇਨਸੀਡੈਂਟ ਦੇਖਣ ਨੂੰ ਨਹੀਂ ਮਿਲੇ। ਪਹਿਲਾਂ ਅਮਰੀਕਾ ਕਾਫੀ ਰਿਲੈਕਟੈਂਟ ਸੀਗੀ ਉੱਥੇ ਜਾ ਕੇ, ਡਾਇਰੈਕਟ ਇਨਵੋਲਵਮੈਂਟ ਨਹੀਂ ਸੀ ਚਾਹੁੰਦੀ ਕਰਨੀ, ਪਰ ਜਿਉਂ ਹਾਲਾਤ ਵਿਗੜਦੇ ਗਏ, ਕੁਝ ਅਮਰੀਕਨ ਸਿਟੀਜ਼ਨਸ ਦੀ ਬਿਹੇਡਿੰਗ ਹੋਈ, ਉਹਦੇ ਕਰਕੇ ਇੰਟਰਨਲੀ ਅਮਰੀਕਾ ਦੇ ਵਿੱਚ ਵੀ ਪ੍ਰੈਸ਼ਰ ਜਿਹੜਾ ਬਿਲਡ ਹੋਣਾ ਸ਼ੁਰੂ ਹੋ ਗਿਆ ਤੇ ਫਾਈਨਲੀ ਓਬਾਮਾ ਸਾਹਿਬ ਨੂੰ ਐਕਸ਼ਨ ਲੈਣਾ ਪਿਆ। ਤੇ ਹੁਣ ਇਹ ਵੀ ਕੋਲੀਜਨ ਫੋਰਸਿਸ ਉੱਥੇ ਕੰਟੀਨਿਊਸਲੀ ਅਟੈਕ ਕਰ ਰਹੀਆਂ ਨੇ। ਈਵਨ ਉਹਦੇ 'ਚ ਕੈਨੇਡਾ ਵੀ ਹੁਣ ਰੋਲ ਪਲੇ ਕਰ ਰਿਹਾ ਤੇ ਖੁਰਦਿਸ਼ ਫੋਰਸਿਸ ਨੂੰ ਸਪੈਸ਼ਲੀ, ਕਿਉਂਕਿ ਉਹ ਪ੍ਰੋ ਵੈਸਟਰਨ ਇੱਕ ਹੈਗੀ ਹੈ ਕਮਿਊਨਿਟੀ, ਤੇ ਉਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਬਹੁਤ ਆਰਮਸ ਸਪਲਾਈ ਕੀਤੇ ਨੇ, ਉਹਨਾਂ ਨੂੰ ਟੈਕਨੀਕਲ ਐਡਵਾਈਜ਼ਰਸ, ਵਾਰ ਵਾਸਤੇ ਵਾਰ ਕੰਸਲਟੈਂਟਸ ਵੀ ਆਪਣੇ ਭੇਜੇ ਨੇ, ਸਪੈਸ਼ਲ ਫੋਰਸਿਸ ਦੇ ਆਫਿਸਰਸ ਉੱਥੇ ਗਏ ਨੇ। ਸੋ ਲੜਾਈ ਕਾਫੀ ਇੰਟੈਂਸ ਚੱਲ ਰਹੀ ਹੈ ਇਸ ਵੇਲੇ। ਜ਼ਰੂਰ ਲੱਕ ਕਾਫੀ ਹੱਦ ਤੱਕ ਤੋੜਿਆ ਹੈ ਆਈਸਿਸ ਦਾ, ਪਰ ਆਉਣ ਵਾਲੇ ਫੇਰ ਕੁਝ ਮਹੀਨੇ ਬੜੇ ਕ੍ਰੂਸ਼ਲ ਆ। ਪਰ ਇਹ ਹੀ ਹੈ ਵੀ ਜਿੰਨੇ ਚਿਰ ਗਰਾਊਂਡ ਲੈਵਲ ਤੇ ਉੱਤੇ ਕੋਈ ਰਿਜ਼ਲਟ ਨਹੀਂ ਆਉਂਦੇ ਹੈਗੇ, ਉਹਨਾਂ ਨੂੰ ਡਿਫੀਟ ਨਹੀਂ ਮਿਲਦੀ ਹੈਗੀ, ਨਹੀਂ ਮਿਲਦੀ, ਉਨੇ ਚਿਰ ਜਿਹੜਾ ਹੈਗਾ ਉਹ ਸਿਰਦਰਦੀ ਦਾ ਜਿਹੜਾ ਕਾਰਨ ਬਣਿਆ ਰਹਿਣਗੇ ਜੀ।
ਜਿਹੜੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਪੁਤਿਨ ਸਾਹਿਬ, ਉਹ ਬੜਾ ਚਰਚਾ ਦੇ ਵਿੱਚ ਰਹੇ ਹੈਗੇ ਨੇ, ਔਰ ਰਸ਼ੀਆ ਦੇ ਅਗੇਂਸਟ ਸੈਂਕਸ਼ਨਸ ਵੀ ਜਿਹੜੀਆਂ ਹਨ ਵੈਸਟਰਨ ਕੰਟਰੀਜ਼ ਨੇ ਲਗਾਈਆਂ ਹਨ। ਹਾਂਜੀ, ਉਹਦੇ ਬਾਰੇ ਵੀ ਕੁਝ ਉਹਨਾਂ ਦਾ ਇਹ ਹੈਗਾ ਜੀ ਕਿ ਜਿਸ ਤਰ੍ਹਾਂ ਇੱਕ ਰਸ਼ੀਆ ਕੋਲ ਵੀ ਬਹੁਤ ਆਇਲ ਰਿਚ ਬੈਲਟ ਹੈਗੀ ਆ। ਰਸ਼ੀਆ 40% ਆਇਲ ਸਪਲਾਈ ਕਰਦੀ ਰਹੀ ਹੈ ਯੂਰਪ ਨੂੰ, ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਮੇਰੇ ਕੋਲ ਆਇਲ ਇੱਕ ਬਹੁਤ ਵੱਡਾ ਟੂਲ ਆ। ਪਰ ਗਰਾਊਂਡ ਰਿਐਲਿਟੀਜ਼ ਹੁਣ ਬਦਲਦੀਆਂ, ਬਹੁਤ ਜਲਦੀ ਬਦਲ ਰਹੀਆਂ ਨੇ ਵਰਲਡ ਦੀਆਂ। ਅਮਰੀਕਾ ਦਾ ਆਪਣਾ ਹੋਮ ਗਰੋਨ ਜਿਹੜਾ ਫਿਊਲ ਹੈ ਉਹ ਸੈਲਫ ਰਿਲਾਇੰਟ ਨੇ, ਉਹਨਾਂ ਨੂੰ ਬਾਹਰੋਂ ਫਿਊਲ ਦੀ ਲੋੜ ਨਹੀਂ। ਇਸੇ ਤਰੀਕੇ ਨਾਲ ਜਿਹੜੀਆਂ ਆਇਲ ਪ੍ਰੋਡਿਊਸਿੰਗ ਕੰਟਰੀ ਸੀਗੀਆਂ, ਸਾਊਦੀ ਅਰੇਬੀਆ ਵਗੈਰਾ, ਉਹਨਾਂ ਕੋਲ ਇੰਨੇ ਕੁ ਕੈਸ਼ ਰਿਜ਼ਰਵਸ ਪਏ ਨੇ ਕਿ ਉਹ ਹੁਣ ਅੱਜ ਦੀ ਡੇਟ ਦੇ ਵਿੱਚ ਆਇਲ ਪ੍ਰਾਈਸਿਸ ਥੱਲੇ ਸੁੱਟ ਕੇ ਚਲਾ ਰਹੇ ਨੇ, ਇਸ ਕਰਕੇ ਕਿ ਰਸ਼ੀਆ ਨੂੰ ਹਿੱਟ ਹੋਵੇ। ਹਾਂਜੀ, ਤੇ ਉਹ ਸੈਂਕਸ਼ਨਸ ਲੱਗੀਆਂ ਸੀਗੀਆਂ, ਉਹਨਾਂ ਦਾ ਅਸਰ ਨਹੀਂ ਸੀ ਆ ਰਿਹਾ। ਪਰ ਇਸ ਜਿਹੜਾ ਆਇਲ ਪ੍ਰਾਈਸਿਸ ਥੱਲੇ ਗਈਆਂ ਨੇ, ਉਹਦੇ ਕਰਕੇ ਜਿਹੜਾ ਰੂਬਲ ਦੀ ਕਾਸਟ ਵੀ ਥੱਲੇ ਆਈ ਹੈ, ਤੇ ਰਸ਼ੀਅਨ ਇਕਨੋਮੀ ਜਿਹੜੀ ਉਹ ਅੰਡਰ ਪ੍ਰੈਸ਼ਰ ਹੈ। ਤੇ ਪੁਤਿਨ ਸਾਹਿਬ ਨੇ ਪਹਿਲਾਂ ਕ੍ਰੀਮੀਆ ਤੇ ਆਪਣੇ ਅੰਦਰ ਲਾ ਲਿਆ ਸੀਗਾ, ਹੁਣ ਉਹਨਾਂ ਦੀ ਅੱਖ ਜਿਹੜੀ ਹੈ ਯੂਕਰੇਨ ਦੇ ਵਿੱਚ। ਤੇ ਯੂਕਰੇਨ ਨੂੰ ਨੈਟੋ ਫੋਰਸਿਸ ਜਿਹੜੀਆਂ ਨੇ ਉਹ ਪੂਰਾ ਜ਼ੋਰ ਲਾ ਰਹੀਆਂ, ਨੈਟੋ ਨੇਸ਼ਨਸ, ਕੇ ਅਸੀਂ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੀਏ। ਪਰ ਇਹਦੇ 'ਚ ਇੱਕ ਗੱਲ ਤੇ ਇਹ ਸਮਝ ਆਉਂਦੀ ਹੈਗੀ ਕਿ ਜਿਵੇਂ ਪੁਤਿਨ ਦੇ ਵਿੱਚ ਜਿਹੜੀ ਜਾਂ ਮੈਂਟੈਲਿਟੀ ਚੱਲ ਰਹੀ ਹੈਗੀ ਆ, ਜਾਂ ਹੋ ਸਕਦਾ ਰਸ਼ੀਅਨ ਦੀ ਵੀ ਹੋਵੇ, ਕਿ ਇੱਕ ਜਿਵੇਂ ਵੀ ਹੋਰ ਇਲਾਕਿਆਂ ਨੂੰ ਇੱਕ ਜਿਵੇਂ ਭੁੱਖ ਹੁੰਦੀ ਹੈ ਵੀ ਜ਼ਮੀਨ ਦੀ, ਵੀ ਆ ਵੀ ਜ਼ਮੀਨ ਮੇਰੀ ਹੋਵੇ, ਆ ਵੀ ਮੈਂ, ਉਸ ਤਰ੍ਹਾਂ ਦਾ ਐਟੀਟਿਊਡ ਮੈਨੂੰ ਨਜ਼ਰ ਆਉਂਦਾ ਪੁਤਿਨ ਸਾਹਿਬ। ਉਹ ਉਸ ਕੇਸ ਦੇ ਵਿੱਚ ਥੋੜਾ ਜਿਹਾ ਇਹ ਹੈਗਾ ਜੀ ਕਿ ਜਿਹੜਾ ਪੁਰਾਣਾ USSR ਸੀਗਾ, ਉਹ ਉਸ ਏਰੀਆ ਇਹ ਉਹਨਾਂ ਤੋਂ ਪਾਰਟ ਸੀਗਾ। ਤੇ ਉਹ ਜਦੋਂ ਪੁਤਿਨ ਸਾਹਿਬ ਉਹ ਨਕਸ਼ਾ ਦੇਖਦੇ ਹੋਣਗੇ ਪੁਰਾਣਾ, ਤੇ ਉਹਨਾਂ ਨੂੰ ਦਿਲ ਚਾਹੁੰਦਾ ਹੋਏਗਾ ਕਿ ਕਿੱਥੇ ਸਾਡਾ ਕੰਟਰੀ ਐਡਾ ਹਿਊਜ ਸੀਗਾ ਤੇ ਕਿੱਥੇ ਹੁਣ ਅਸੀਂ ਸਿਕੜ ਕੇ ਛੋਟੇ ਏਰੀਆ 'ਚ ਆ ਗਏ। ਔਰ ਦੂਸਰਾ, ਉਸ ਏਰੀਆ ਦੇ ਜਿਹੜੇ ਜੀ ਇਕਨੋਮਿਕ ਜਿਹੜੇ ਡਿਪੈਂਡੈਂਸ ਹੈ ਉਹ ਬਹੁਤ ਜ਼ਿਆਦਾ ਆ। ਜਿੱਥੇ ਯੂਕਰੇਨ ਦੇ ਵਿੱਚ ਅਗਰ ਕਣਕ ਦੀ ਉਪਜ ਬਹੁਤ ਜ਼ਿਆਦਾ ਹੁੰਦੀ ਆ, ਉੱਥੇ ਕਿਸੇ ਹੋਰ ਏਰੀਆ ਦੇ ਵਿੱਚ ਫੂਡ ਦੀ ਕ੍ਰਾਈਸਿਸ ਰਹਿੰਦੇ ਆ, ਕਿਉਂਕਿ ਸਾਈਬੇਰੀਅਨ ਬੈਲਟ ਜਿਹੜੀ ਹੈਗੀ ਉਹ ਸਨੋ ਕਲੱਡ ਰਹਿੰਦੀ ਹੈ, ਉੱਥੇ ਕੁਝ ਹੁੰਦਾ ਨਹੀਂ। ਤੇ ਉਹ ਇਹ ਵੀ ਇਹ ਏਰੀਆ ਇੰਟਰਡਿਪੈਂਡੈਂਟ ਬਹੁਤ ਜ਼ਿਆਦਾ ਸੀਗੇ। ਹੁਣ ਜਦੋਂ ਵਿੱਚੋਂ ਸਾਰੇ ਉਹ ਇੱਕ ਏਰੀਆ ਹਿੱਸੇ ਅੱਡ ਹੋ ਗਏ, ਉਹਦੇ ਕਰਕੇ ਹੁਣ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਆ ਉਹ ਘਰ ਵਾਲੀ ਗੱਲ ਨਹੀਂ ਰਹੀ ਵੀ ਅਲੱਗ-ਅਲੱਗ ਕੰਟਰੀ। ਹਾਂਜੀ, ਉਹ ਹੁਣ ਇੱਕ ਦੂਜੇ ਨਾਲ, ਹਾਂਜੀ, ਉਹ ਟ੍ਰੇਡਿੰਗ ਵਾਲੀ ਗੱਲ ਕਰਦੇ ਆ। ਜਿੱਦਾਂ ਅਮਰੀਕਾ ਯੂਕਰੇਨ ਨੂੰ ਤੇਲ ਵੇਚਦਾ ਸੀਗਾ, ਤੇ ਅਚਾਨਕ ਉਹਨੇ ਫਿਊਲ ਦੀ ਪ੍ਰਾਈਸਿਸ ਜਿਹੜੀਆਂ ਨੇ ਡਬਲ ਕਰ ਦਿੱਤੀਆਂ, ਤੇ ਉਹ ਯੂਕਰੇਨ ਅੰਡਰ ਪ੍ਰੈਸ਼ਰ ਆ ਗਿਆ। ਪਰ ਇੱਥੇ ਮੈਂ ਇੱਕ ਗੱਲ ਕਰਨਾ ਚਾਹਾਂਗਾ, ਜਿਵੇਂ ਤੁਸੀਂ ਗੱਲ ਕੀਤੀ ਕਿ ਪੁਤਿਨ ਸਾਹਿਬ ਜਦੋਂ ਆਪਣੇ ਵੇਖਦੇ ਨੇ ਨਕਸ਼ਾ ਪੁਰਾਣਾ USSR ਦਾ, ਤੇ ਉਹਨੂੰ ਲੱਗਦਾ ਵੀ ਯਾਰ ਐਡਾ ਵੱਡਾ ਆਪਣਾ ਕੰਟਰੀ ਸੀ ਤੇ ਹੁਣ ਟੋਟੇ ਹੋ ਗਿਆ। ਪਰ ਇੱਥੇ ਮੈਂ ਜ਼ਿਕਰ ਕਰਨਾ ਚਾਹਾਂ, ਜਿਵੇਂ ਪਿੱਛੇ ਜੇ ਇੱਕ ਹੋਰ ਗਾਣਾ ਵੀ ਚੱਲਿਆ ਕਿ ਜਦੋਂ ਮੈਂ ਪੰਜਾਬ ਦਾ ਨਕਸ਼ਾ ਦੇਖਿਆ ਤੇ ਮੇਰਾ ਦਿਲ ਜਿਹੜਾ ਤਾਂ ਹੀ ਰੋ ਪਿਆ। ਵੀ ਜੇ ਅਸੀਂ ਵੀ ਹੁਣ ਪੰਜਾਬ ਦਾ ਨਕਸ਼ਾ ਜੇ ਦੇਖੀਏ ਤੇ ਬਹੁਤ ਵੱਡਾ ਜਿਹੜਾ ਹੈ ਨਕਸ਼ਾ ਸੀ ਪੰਜਾਬ ਦਾ, ਪਰ ਅੱਜ ਕੱਲ੍ਹ ਉਹ ਛੋਟੀ ਜਿਹੀ ਪੰਜਾਬੀ ਰਹਿ ਗਈ ਹੈਗੀ। ਬਿਲਕੁਲ ਠੀਕ ਹੈ, ਪੰਜਾਬ ਦਾ ਕੋਈ ਗੱਲ ਹੀ ਨਹੀਂ ਰਹੀ ਹੈਗੀ, ਵੀ ਪੰਜ ਦਰਿਆ ਵਾਲੀ ਕੋਈ ਗੱਲ ਨਹੀਂ ਜੀ। ਹੁਣ ਪੰਜਾਬ ਨਹੀਂ ਹੈ ਤੇ ਰਾਹੀ ਤਿੰਨ ਆਬ ਗਏ, ਤਿੰਨ ਵੀ ਨਹੀਂ ਹੈਗੇ, ਮਤਲਬ ਨਾਂ ਦੇ ਜਿਹੜੇ ਹੈਗੇ ਉਹਨਾਂ 'ਚ ਵੀ ਪਾਣੀ ਕਦੀ ਆਉਂਦਾ ਕਦੀ ਨਹੀਂ ਹੁੰਦਾ। ਤੋ ਮੈਨੂੰ ਇਹ ਲੱਗਦਾ ਕਿ ਜਿੰਨਾ ਕਿ ਮੈਂ ਹਿਸਟਰੀ ਪੜ੍ਹੀ ਹੈਗੀ ਹੈ, ਜਾਂ ਥੋੜ੍ਹੀਆਂ ਜਿਹੀਆਂ ਰਿਪੋਰਟਾਂ ਜੇ ਇੱਧਰੋਂ ਉੱਧਰੋਂ ਪੜ੍ਹਨ ਨੂੰ ਮਿਲਦੀਆਂ, ਤਾਂ ਉਹਦੇ ਵਿੱਚ ਪੰਜਾਬ ਨੂੰ ਛੋਟਾ ਕਰਨ ਦੇ ਵਿੱਚ ਰਸ਼ੀਆ ਦਾ ਵੀ ਕਿਤੇ ਨਾ ਕਿਤੇ ਜ਼ੋਰ ਰਿਹਾ ਹੈ, ਆਪਣਾ ਯੋਗਦਾਨ ਰਿਹਾ ਹੈਗਾ। ਕਿਉਂਕਿ ਉਸ ਨੂੰ ਇਹਦੇ ਤੋਂ ਡਰ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਕਾਬਲ ਤੱਕ ਪਹੁੰਚ ਗਿਆ ਸੀ, ਅਫਗਾਨਿਸਤਾਨ ਤੱਕ ਪਹੁੰਚ ਗਿਆ, ਤੇ ਅੱਗੇ ਜਿਹੜਾ ਹੈਗਾ ਰਸ਼ੀਆ ਜਾਂਦਾ ਸੀ। ਤਾਂ ਉਹਨਾਂ ਨੂੰ ਲੱਗਦਾ ਵੀ ਇਹ ਕਮਿਊਨਿਟੀ ਬੜੀ ਸਟਰੋਂਗ ਹੈ, ਵੀ ਇਹਨੂੰ ਡਿਵਾਈਡ ਕਰ ਦਿੱਤਾ ਜਾਵੇ। ਜ਼ਰੂਰ ਹੈ ਕਿ ਹੋਰਨਾਂ ਕੰਟਰੀਆਂ ਨੇ ਵੀ ਜਿਹੜਾ ਬ੍ਰਿਟਿਸ਼ ਨੇ ਵੀ ਜਿਹੜਾ ਪੰਜਾਬੀਆਂ ਨੂੰ ਵੰਡਿਆ ਹੈਗਾ, ਪਰ ਰਸ਼ੀਆ ਦਾ ਵੀ ਯੋਗਦਾਨ ਜਿਹੜਾ ਹੈਗਾ ਉਹ ਪੂਰਾ ਰਿਹਾ ਹੈਗਾ ਵੀ ਪੰਜਾਬੀਆਂ ਨੂੰ ਵੰਡਣ ਦਾ, ਦੋ ਪੰਜਾਬ ਬਣਾਉਣ ਦਾ, ਜਾਂ ਹੋਰ ਟੋਟੇ ਉਹਦੇ ਕਰਨ ਦਾ, ਤਾਂ ਕਿ ਕਮਿਊਨਿਟੀ ਜਿਹੜੀ ਇਕੱਠੀ ਨਾ ਹੋਵੇ। ਕਿਉਂਕਿ ਰਸ਼ੀਆ ਨੂੰ ਇਹਦੇ ਤੋਂ ਵੀ ਜਿਹੜਾ ਖਤਰਾ ਨਜ਼ਰ ਆਉਂਦਾ ਸੀ। ਤੇ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਕਿਸੇ ਨੂੰ ਤੋੜਿਆ ਤੇ ਤੁਹਾਡਾ ਜਦੋਂ USS ਟੁੱਟਿਆ ਹੈਗਾ ਤੇ ਤੁਹਾਨੂੰ ਉਹ ਦਰਦ ਮਹਿਸੂਸ ਹੁੰਦਾ ਹੈਗਾ। ਤੇ ਇੱਕ ਜਿਹੜਾ ਆਪਾਂ ਦੇਖਿਆ ਹੈਗਾ ਕਿ ਪਿਸ਼ਾਵਰ ਦੇ ਵਿੱਚ ਬੜਾ ਇੱਕ ਟੈਰਰਿਸਟ ਅਟੈਕ ਹੋਇਆ। ਬਿਲਕੁਲ, ਹਾਂਜੀ, ਸਕੂਲ ਦੇ ਉੱਤੇ ਜੀ ਬੜੀ ਮੇਰੇ ਨੂੰ ਲੱਗਦਾ ਕਿ 2014 ਦੀ ਸਭ ਤੋਂ ਘਿਨਾਉਣੀ ਜਿਹੜੀ ਘਟਨਾ ਇਹ ਹੋਈ ਹੈ ਕਿ ਬੱਚਿਆਂ, ਬਿਲਕੁਲ ਜੀ, ਅਸੀਂ ਚੈਚਨੀਅਨ ਰਿਬੈਲ ਸੀਗੇ ਜੀ, ਜਿਨ੍ਹਾਂ ਨੇ ਰਸ਼ੀਆ ਦੇ ਵਿੱਚ ਅੱਜ ਤੋਂ ਮੇਰੇ ਖਿਆਲ 4-5 ਸਾਲ ਪਹਿਲਾਂ ਇਹ ਇਨਸੀਡੈਂਟ ਕੀਤਾ ਸੀਗਾ, ਜਦੋਂ ਉਹਨਾਂ ਨੇ ਵੀ ਸਕੂਲ 'ਚ ਜਾ ਕੇ ਬੱਚੇ ਜਿਹੜੇ ਸੀਗੇ ਉਹ ਇੱਕ ਤਰੀਕੇ ਨਾਲ ਸਕੂਲ ਦੇ ਅੰਦਰ ਤਾੜੇ। ਉਦੋਂ ਵੀ 100-150 ਬੱਚਾ ਉਹਨਾਂ ਨੇ ਮਾਰਿਆ ਸੀਗਾ। ਉਸ ਤੋਂ ਬਾਅਦ ਉਸ ਇਨਸੀਡੈਂਟ ਦੀ ਵੀ ਬੜੀ ਵਰਲਡ ਵਾਈਡ ਨਿਖੇਧੀ ਹੋਈ ਸੀਗੀ। ਤੇ ਅੱਜ ਇਹ ਜਿਹੜਾ ਇਨਸੀਡੈਂਟ ਹੋਇਆ ਜੀ ਪਿਸ਼ਾਵਰ ਦੇ ਵਿੱਚ, ਛੋਟੇ ਬੱਚੇ ਜਾ ਕੇ ਉਹਨਾਂ ਨੂੰ ਮਾਰਨਾ, ਔਰ
ਇੱਥੇ ਇਹੀ ਗੱਲ ਹੈਗੀ ਹੈ ਜੀ ਕਿ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਨੇ ਉਹਨਾਂ ਦੇ ਨਾਲ ਦਿਲੀ ਹਮਦਰਦੀ ਹੈ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੋਨਾਂ ਦੇ ਜਿਹੜੇ ਹੁਕਮਰਾਨ ਹੈ ਉਹਨਾਂ ਨੂੰ ਬੈਠ ਕੇ ਇਹ ਜ਼ਰੂਰ ਇਹ ਆਪਣੇ ਅੰਦਰ ਝਾਂਕ ਕੇ ਵੇਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਤੇ ਆਪਣੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਹੈ ਉਹਨਾਂ ਨੂੰ ਕੀ ਦਿੱਤਾ ਆ ਤੇ ਕੀ ਦੇ ਰਹੇ ਆ। ਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਪਿੱਛੇ ਅਗਰ ਕੋਈ ਦਿੱਤਾ ਸੀਗਾ ਜਾਂ ਸਾਡੀ ਪਾਲਿਸੀ ਸੀ ਉਹ ਗਲਤ ਹੈਗੀ ਹੈ ਤੇ ਉਹਨਾਂ ਤੇ ਜ਼ਰੂਰ ਵਿਚਾਰ ਕਰਕੇ ਤੇ ਉਹਨੂੰ ਸੁਧਾਰ ਕਰਨਾ ਚਾਹੀਦਾ। ਪਰ ਇਹ ਬੜਾ ਵੱਡਾ ਇਸ ਜਿਹੜੀ ਹੈ ਟ੍ਰੈਜਡੀ ਪਿਸ਼ਾਵਰ ਦੇ ਵਿੱਚ ਹੋਈ ਹੈ, ਸਕੂਲ ਦੇ ਵਿੱਚ ਬਿਲਕੁਲ ਪਾਕਿਸਤਾਨ ਦੀ ਸੋਚ ਦੇ ਵਿੱਚ ਕਾਫੀ ਸਾਰਾ ਫਰਕ ਆਇਆ ਔਰ ਕਈ ਵਾਰੀ ਲੱਗਦਾ ਵੀ ਸ਼ਾਇਦ ਓਵਰ ਅਗਰੈਸਿਵ ਜਿਹੜਾ ਹੈਗਾ ਹੋ ਗਏ ਨੇ, ਜਿਵੇਂ ਉਹਨਾਂ ਨੇ ਇੱਕਦਮ ਜਿਹੜਾ ਫਾਂਸੀ ਤੇ ਲਾਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਕਿ ਹਾਲਾਂਕਿ UN ਨੇ ਵੀ ਉਹਦੇ ਤੇ ਜਿਹੜਾ ਆਬਜੈਕਸ਼ਨ ਕੀਤਾ ਵੀ ਇੰਨੇ ਕਾਲੇ ਨਾ ਚੱਲੋ, ਜਾਂ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਚੀਜ਼ ਦਾ ਜਿਹੜਾ ਆਬਜੈਕਸ਼ਨ ਕੀਤਾ ਵੀ ਲਗਾਤਾਰ ਤੁਸੀਂ ਇਹ ਮਤਲਬ ਕਈ ਵਾਰੀ ਹੁੰਦਾ ਹੈਗਾ ਕਿ ਤੁਸੀਂ ਕਾਲ ਦੇ ਵਿੱਚ ਜਾਂ ਜਲਦਬਾਜ਼ੀ ਦੇ ਵਿੱਚ ਕਈ ਵਾਰੀ ਤੁਸੀਂ ਗਲਤ ਸਟੈਪ ਜਿਹੜੇ ਹਨ ਚੱਕ ਜਾਂਦੇ ਹੈਗੇ ਹੋ, ਤੇ ਇਸ ਕਰਕੇ ਜਿਹੜਾ ਹੈ ਇਸ ਘਟਨਾ ਨੇ ਜਿਹੜਾ ਹੈ ਪਾਕਿਸਤਾਨ ਦੀ ਸੋਚ ਨੂੰ ਵੀ ਜ਼ਰੂਰ ਝੰਜੋੜਿਆ ਹੈਗਾ। ਹਾਲਾਂਕਿ ਮੈਂ ਵੇਖਿਆ ਕਿ ਉੱਥੇ ਜਿਹੜੇ ਕੱਟੜਪੰਥੀ ਹੈਗੇ ਨੇ ਇਹ ਇਲਜ਼ਾਮ ਲਾਈ ਜਾ ਰਿਹਾ ਕਿ ਇਹ ਹਿੰਦੁਸਤਾਨ ਦੀ ਜਿਹੜੀ ਹੈ ਗਵਰਨਮੈਂਟ ਉਹਨੇ ਕਰਵਾਇਆ ਹੈਗਾ, ਜਾਂ ਉਹਦੇ ਤੇ ਇਲਜ਼ਾਮ ਜਿਹੜੇ ਹੈ ਲਾ ਰਹੇ ਹੈਗੇ ਨੇ। ਤੇ ਮੈਨੂੰ ਲੱਗਦਾ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਜਿਹੜਾ ਹੈ ਉਹਨੇ ਅੱਜ ਤੱਕ 65 ਸਾਲਾਂ ਦੇ ਵਿੱਚ ਕੁਝ ਨਹੀਂ ਦਿੱਤਾ ਤੇ ਗਾਂ ਦੇਣਾ ਨਹੀਂ ਹੈ। ਇਹੋ ਹੀ ਜਿਹੜਾ ਹਿੰਦੁਸਤਾਨ ਚ ਵੀ ਰਹਿੰਦਾ ਅਗਰ ਕੁਝ ਹੋ ਜਾਏ ਤਾਂ ਕਹਿ ਦਿੰਦੇ ਜੀ ਪਾਕਿਸਤਾਨ ਨੇ ਕੀਤਾ ਹੈਗਾ। ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਕਿ ਪਾਕਿਸਤਾਨ ਦੀ ਨੁਕਸਾਨ ਜਿਹੜਾ ਹਾਂਜੀ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਜੀ ਉਹਨਾਂ ਨੂੰ ਇਹ ਦੇਖਣਾ ਪਊਗਾ ਕਿ ਕੀ ਉਹ ਆਪਣੀ ਆਈਡੀਓਲੋਜੀ ਆਫ ਗੁੱਡ ਟੈਰਰਿਜ਼ਮ ਤੇ ਬੈਡ ਟੈਰਰਿਜ਼ਮ ਉਹਦੇ ਚੋਂ ਬਾਹਰ ਨਿਕਲਦੇ ਆ ਕਿ ਨਹੀਂ। ਪਰ ਪੱਤਰਕਾਰਾਂ ਮੈਂ ਕਾਫੀ ਡਿਸਕਸ਼ਨ ਸੁਣੀ, ਪਾਕਿਸਤਾਨੀ ਪੱਤਰਕਾਰ ਜਿਹੜੇ ਫਿਲਾਸਫਰ ਵੀ ਹੈਗੇ ਨੇ ਕਈ ਉੱਥੇ ਜਿਹੜੇ ਰਾਈਟਰਸ ਹੈਗੇ ਨੇ ਉਹ ਵੀ ਇਹ ਗੱਲ ਕਰਦੇ ਨੇ ਕਿ ਜ਼ਰੂਰ ਪਾਕਿਸਤਾਨ ਪਹਿਲਾਂ ਇਸ ਆਈਡੀਓਲੋਜੀ ਤੇ ਚੱਲਦਾ ਸੀ ਪਰ ਹੁਣ ਚੇਂਜ ਆ ਰਹੀ ਹੈਗੀ ਜਦੋਂ ਦਾ ਹੀਲ ਸ਼ਰੀਫ ਜਿਹੜੇ ਹਨ ਬਣੇ ਹੈਗੇ ਨੇ ਉਹ ਤੋਂ ਬਾਅਦ ਜਿਹੜਾ ਹੈਗਾ ਕਾਫੀ ਚੇਂਜ ਆ ਰਿਹਾ ਹੈ ਉਹਨਾਂ ਦੀ ਸੋਚ ਦੇ ਵਿੱਚ ਕਿ ਨਹੀਂ ਯਾਰ ਗੁੱਡ ਬੈਡ ਦਾ ਕੋਈ ਫਰਕ ਨਹੀਂ ਹੈਗਾ ਵੀ ਇਹ ਸਾਨੂੰ ਆਪ ਨੂੰ ਜਿਹੜਾ ਨੁਕਸਾਨ ਕਰ ਰਹੇ ਹੈਗੇ ਨੇ। ਇੱਕ ਢਿੱਲੋਂ ਸਾਹਿਬ ਜਿਹੜਾ 3 ਜਹਾਜ਼ ਜਿਹੜੇ ਹਾਦਸਾਗ੍ਰਸਤ ਹੋਏ ਹੈਗੇ ਨੇ ਜਾਂ ਮਤਲਬ ਮਿਸਿੰਗ ਹੋ ਗਏ ਨੇ ਇਹ ਵੀ ਬੜੇ ਚਰਚਾ ਦੇ ਵਿੱਚ ਰਹੇ। ਇੱਕ ਪੂਰਾ ਸਾਲ ਹੀ ਜੀ ਪੂਰਾ ਮੈਂ ਕਹਾਂਗਾ 2014 ਹੀ ਇਸ ਪੱਖੋਂ ਬਹੁਤ ਦੁਖਦ ਰਿਹਾ। ਮਲੇਸ਼ੀਆ ਦੇ 2 에ਅਰਕ੍ਰਾਫਟਸ ਇੱਕ ਤਾਂ ਅੱਜ ਤੱਕ ਵੀ ਮਿਸਿੰਗ ਹੈ। ਇੰਨਾ ਖੋਜਬੀਨ ਕਰਨ ਤੋਂ ਬਾਅਦ ਵੀ ਉਹਦੇ 'ਚੋਂ ਕੋਈ ਰਿਕਵਰੀ ਕੋਈ ਸਾਈਨ ਕੀ ਕਿੱਥੇ ਗਿਆ ਕੀ ਹੋਇਆ ਉਹਦੇ ਨਾਲ। ਇੱਕ ਗੱਲ ਇਹਦੇ 'ਚ ਇਹ ਹੁੰਦਾ ਕਿ ਹਾਦਸਾ ਕਿਤੇ ਵੀ ਹੋ ਸਕਦਾ ਵਰਲਡ 'ਚ ਕਿਤੇ ਵੀ ਹੁੰਦਾ ਹੈ। ਹੁਣ ਵੀ ਇੱਕ 에ਅਰ ਏਸ਼ੀਆ ਦਾ ਜਿਹੜਾ 에ਅਰਕ੍ਰਾਫਟ ਹੈਗਾ ਉਹ ਕ੍ਰੈਸ਼ ਕੀਤਾ ਆ। ਇਨਸੀਡੈਂਟ ਹੋਣਾ ਇੱਕ ਨਾਰਮਲ ਗੱਲ ਹੈਗੀ ਹੈ, ਜ਼ਿੰਦਗੀ ਦੇ ਵਿੱਚ ਐਕਸੀਡੈਂਟਸ ਹੁੰਦੇ ਨੇ। ਹੋਣ ਤੋਂ ਬਾਅਦ ਤੁਸੀਂ ਉਹਦੇ ਜਦੋਂ ਇਨਵੈਸਟੀਗੇਟ ਕਰਦੇ ਹੋ ਤੁਸੀਂ ਉਹਦੇ ਕਾਰਨ ਜਿਹੜੇ ਲੱਭਦੇ ਹੋ ਉਹਦੀ ਬੜੀ ਇੰਪੋਰਟੈਂਸ ਹੁੰਦੀ ਆ ਕਿਉਂਕਿ ਉਹ ਬੇਸ ਬਣਦਾ ਆ ਆਉਣ ਵਾਲੇ ਜਿਹੜੇ ਟਾਈਮ ਹੈਗੇ ਉਹਦੇ 'ਚ ਉਹਨਾਂ ਇਨਸੀਡੈਂਟਸ ਨੂੰ ਰਿਪੀਟ ਹੋਣ ਤੋਂ ਬਚਾਉਣ ਵਾਸਤੇ ਤੁਸੀਂ ਸਟੈਪ ਲੈਂਦੇ ਹੋ ਕਿ ਅਗਰ ਇਹ ਗਲਤੀ ਹੋਈ ਆ ਤੇ ਇਹਨੂੰ ਕਿਸ ਤਰ੍ਹਾਂ ਸੁਧਾਰਿਆ ਜਾਵੇ। ਜਿਹੜਾ ਇਹਨਾਂ ਪਤਾ ਲੱਗਿਆ ਤੇ ਹਾਂਜੀ ਹੁਣ ਜਿਹੜਾ ਪਹਿਲਾ 에ਅਰਕ੍ਰਾਫਟ ਹੈਗਾ ਜੀ ਮਲੇਸ਼ੀਆ ਦਾ ਜਿਹੜਾ ਅੱਜ ਤੱਕ ਮਿਸਿੰਗ ਆ ਉਹਦਾ ਤੇ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਐਕਚੁਅਲ 'ਚ ਹੈ ਕੀ, ਉਹਦਾ ਨਾਲ ਹੋਇਆ ਕੀ ਹੈ। ਬਿਲਕੁਲ। ਤੇ ਉਹ ਜਿਹੜੀ ਇੱਕ ਸਭ ਤੋਂ ਵੱਡੀ ਮੈਂ ਕਹਾਂਗਾ ਕਿ ਇਸ ਦੌਰ ਦੀ ਇੱਕ ਮਿਸਟਰੀ ਬਣ ਕੇ ਸਾਹਮਣੇ ਆ ਗਈ ਹੈ ਕਿ ਐਡਾ ਵੱਡਾ 에ਅਰਕ੍ਰਾਫਟ ਅਲਟੀਮੇਟਲੀ ਜਿਹੜਾ ਇੰਨਾ ਟੈਕਨੋਲੋਜੀਕਲੀ ਐਡਵਾਂਸਡ ਹੁਣ ਸੈਟਅਪ ਹੈਗਾ ਜਿਹਦੇ 'ਚ 에ਅਰਕ੍ਰਾਫਟ ਦਾ ਜਿਹੜਾ ਪਾਥ ਆ ਉਹ ਮੋਨੀਟਰ ਹੁੰਦਾ ਆ, ਸਾਰਾ ਕੁਝ ਹੁੰਦਾ ਆ ਤੇ ਅਲਟੀਮੇਟਲੀ ਫਿਰ ਉਹ ਗਿਆ ਕਿੱਥੇ। ਤੇ ਉਹ ਜਿਹੜਾ ਚੀਜ਼ ਹੈ ਉਹ ਸਭ ਤੋਂ ਜ਼ਿਆਦਾ ਦੁਖਦ ਆ। ਜਿਹੜਾ ਸੈਕੰਡ ਇਨਸੀਡੈਂਟ ਹੋਇਆ ਸੀਗਾ ਉਹਦੇ 'ਚ ਇਨੀਸ਼ੀਅਲੀ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਰਸ਼ੀਅਨ ਸਪੋਰਟਡ ਰਿਬਲਸ ਹੈਗੇ ਆ ਉਹਨਾਂ ਨੇ ਮਿਜ਼ਾਈਲ ਮਾਰ ਕੇ ਉਹ 에ਅਰਕ੍ਰਾਫਟ ਸੁੱਟਿਆ। ਪਰ ਹੁਣ ਥਿਓਰੀਜ਼ ਜਿਹੜੀਆਂ ਨੇ ਕੰਟਰਾਡਿਕਟਰੀ ਸਾਹਮਣੇ ਆ ਰਹੀਆਂ ਨੇ। ਹੁਣ ਥਿਓਰੀਜ਼ ਇਹ ਆ ਰਹੀਆਂ ਨੇ ਕਿ ਸ਼ਾਇਦ ਯੂਕਰੇਨੀਅਨਸ ਨੇ ਹੀ ਅਣਜਾਣੇ ਦੇ ਵਿੱਚ ਉਹ 에ਅਰਕ੍ਰਾਫਟ ਜਿਹੜਾ ਆ ਉਹ ਕਰ ਲਿਆ। ਪਰ ਜੋ ਵੀ ਹੋਇਆ ਅਲਟੀਮੇਟਲੀ ਉਹ ਵੀ ਜਾਨਾਂ ਜਿਹੜੀਆਂ ਨੇ ਵੱਡਮੁੱਲੀਆਂ ਜਾਨਾਂ ਜਿਹੜੀਆਂ ਨੇ ਉਹ ਗਈਆਂ ਔਰ ਮਲੇਸ਼ੀਆ ਵਾਸਤੇ ਦੂਜਾ ਝਟਕਾ ਸੀਗਾ। ਤੇ ਹੁਣ ਆਪਣਾ ਇੰਡੋਨੇਸ਼ੀਅਨ ਦਾ 에ਅਰ ਏਸ਼ੀਆ ਜਿਹੜਾ 에ਅਰਕ੍ਰਾਫਟ ਹੈ ਜੀ ਉਹਦੇ 'ਚ ਕੁਛ ਬੋਡੀਜ਼ ਰਿਕਵਰ ਹੋਈਆਂ ਨੇ ਤੇ ਅਲਟੀਮੇਟਲੀ ਅਜੇ ਉਹਦਾ ਵੀ ਬਲੈਕ ਬਾਕਸ ਜਾਂ ਐਕਚੁਅਲ ਜੋ 에ਅਰਕ੍ਰਾਫਟ ਕਿੱਥੇ ਹੈਗਾ ਉਹ ਕਿੱਥੇ ਉਹਦਾ ਕੀ ਹੋਇਆ। ਇੱਕ ਜਿਹੜੀ ਥਿਓਰੀ ਅੱਜ ਤੱਕ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਸਾਹਮਣੇ ਆਈ ਆ ਉਹ ਇਹ ਹੈਗੀ ਹੈ ਕਿ ਬੈਡ ਵੈਦਰ ਕਰਕੇ ਉਹ 32-33 ਹਜ਼ਾਰ ਫੀਟ ਦੀ ਹਾਈਟ ਤੇ ਫਲਾਈ ਕਰ ਰਿਹਾ ਸੀ ਤੇ ਪਾਇਲਟ ਨੇ ਪਰਮਿਸ਼ਨ ਮੰਗੀ ਕਿ ਮੈਨੂੰ ਤੁਸੀਂ
ਪਰਮਿਟ ਕਰ ਦਿਓ ਕਿ ਮੈਂ ਆਪਣੀ ਜਿਹੜੀ ਹਾਈਟ ਆ ਹੋਰ ਉੱਪਰ ਲੈ ਜਾਵਾਂ ਤਾਂ ਕਿ ਉੱਥੇ ਬੈਡ ਵੈਦਰ ਨੂੰ ਮੈਂ ਅਵੋਇਡ ਕਰ ਸਕਾਂ। ਤੇ ਉਹਨੇ 38,000 ਦੀ ਰਿਕੁਆਇਰਮੈਂਟ ਮਤਲਬ ਆਪਣੇ ਵੱਲੋਂ ਕਿਹਾ ਸੀ ਵੀ ਮੈਂ 38,000 ਤੇ ਜਾਣਾ ਚਾਹੁੰਦਾ, ਪਰ ਕਿਉਂਕਿ ਉਹ ਸੇਫ ਨਹੀਂ ਸੀਗੀ, ਕਿਉਂਕਿ ਜਿਹੜਾ 에ਅਰਕ੍ਰਾਫਟ ਸੀਗਾ ਉਹ ਬਿਲਟ ਨਹੀਂ ਸੀ ਹੈਗਾ ਟੂ ਫਲਾਈ ਐਟ ਦੈਟ ਹਾਈ ਲੈਵਲ, ਤੇ ਉਹਨਾਂ ਨੇ ਕਿਹਾ ਵੀ ਤੈਨੂੰ ਸਿਰਫ 34,000 ਤੱਕ ਅਲਾਉਡ ਹੈ। ਪਰ ਉਹ 34 ਤੇ ਜਦੋਂ ਗਿਆ ਆ ਉਸ ਤੋਂ ਬਾਅਦ ਵੀ ਉਹ ਮਿਸਿੰਗ ਹੋ ਗਿਆ, ਉਹਦਾ ਕੀ ਹੋ ਗਿਆ, ਲਿੰਕ ਟੁੱਟ ਗਿਆ, ਔਰ ਉਸ ਤੋਂ ਬਾਅਦ ਕੋਈ ਚੀਜ਼ ਨਹੀਂ ਨਿਕਲੀ ਵੀ ਐਕਚੁਅਲ 'ਚ ਨਾ ਕੋਈ ਡਿਸਟ੍ਰੈਸ ਸਿਗਨਲ ਆਇਆ, ਨਾ ਕੋਈ ਹੋਰ ਵਾਰਨਿੰਗ ਸਿਗਨਲ ਕਿਸੇ ਜਿਹੜਾ ਆਟੋਮੈਟਿਕ ਉਹਨਾਂ ਦੇ ਮੈਕੈਨਿਜ਼ਮ 'ਚੋਂ ਜਨਰੇਟ ਹੁੰਦੇ ਨੇ, ਨਾ ਕੋਈ ਮਕੈਨੀਕਲ ਫੇਲੀਅਰ ਜਾਂ ਕੋਈ ਇਨਸੀਡੈਂਟ ਅੱਜ ਦੀ ਡੇਟ ਦੇ ਵਿੱਚ ਉਹਨਾਂ ਕੋਲ ਸਾਹਮਣੇ ਨਹੀਂ ਆ ਸਕਿਆ ਠੋਸ ਜਿਹਦੇ ਤੇ ਲਾਈਨ ਤੇ ਉਹ ਵਰਕ ਕਰਨ ਕਿ ਹਾਂ ਆਹ ਕਾਰਨ ਬਣਿਆ ਉਸ 에ਅਰਕ੍ਰਾਫਟ ਦੇ ਜਾਣ ਦਾ। ਪਰ ਯੈਸ ਇਹ ਫੈਕਟ ਹੈ ਕਿ 2014 ਬਹੁਤ 에ਅਰ ਟ੍ਰੈਫਿਕ ਵਾਸਤੇ ਇੱਕ ਬਹੁਤ ਹੀ ਦੁਖਦ ਸਾਲ ਇੱਕ ਤਰੀਕੇ ਦਾ ਹੈਗਾ ਜੀ। ਤੇ ਢਿੱਲੋਂ ਸਾਹਿਬ ਅੰਤ ਦੇ ਵਿੱਚ ਜਿਹੜਾ ਮੈਂ ਇੱਕ ਬੜੀ ਜਿਵੇਂ ਕਹ ਲਓ ਸਟਨਿੰਗ ਖਬਰ ਰਹੀ ਹੈਗੀ ਹੈ, ਬੜੀ ਮਤਲਬ ਝਟਕਿਆਂ ਵਾਲੀ ਖਬਰ ਰਹੀ ਹੈਗੀ ਹੈ ਕਿ ਵਾਈਟ ਰੋਜ਼ ਪਾਰਟੀ ਅਲਬਰਟਾ ਦੀ ਸੀ ਜਿਹੜੀ ਉਹਦੀ ਆਪਣੇ ਜਿਹੜੀ ਉਹਦੀ ਲੀਡਰ ਸੀ ਉਹ ਹੀ ਜਿਹੜੀ ਹੈ ਜੰਪ ਕਰਕੇ ਪੀਸੀ ਪਾਰਟੀ ਦੇ ਵਿੱਚ ਰਲ ਗਈ, ਨਾਲ 8 ਜਿਹੜੇ MLA ਉਹਨੇ ਹੋਰ ਲਏ। ਤੇ ਇਹ ਵੀ ਬੜੀ ਲੋਕਾਂ ਨੂੰ ਜਿਹੜਾ ਹੈਗਾ ਵੀ ਯਕੀਨ ਨਹੀਂ ਆਇਆ ਵੀ ਵਾਕਿਆ ਐਵੇਂ ਹੋ ਸਕਦਾ ਹੈ। ਵਰਲਡ ਦੀ ਪੋਲਿਟਿਕਸ ਵਿੱਚ ਜਿੰਨਾ ਵੀ ਦੇਖਿਆ ਜੀ ਆਲੇ ਦੁਆਲੇ ਅਸੀਂ ਲੀਡਰ ਹੀ ਜਿਹੜਾ ਚਲਾ ਜਾਂਦਾ। ਹਾਂਜੀ, ਮਤਲਬ ਦੁਨੀਆ ਲੋਅਰ ਲੈਵਲ ਤੇ ਜਿਹੜੇ ਹੁੰਦੇ ਨੇ ਜਾਂ ਮੈਂਬਰਸ ਹੁੰਦੇ ਨੇ ਉਹ ਛੱਡ ਕੇ ਪਾਰਟੀ ਬਦਲ ਜਾਣ ਜਾਂ ਆਪਣਾ ਫਲੋਰ ਕ੍ਰਾਸ ਕਰ ਲੈਣ ਸਮਝ ਲੱਗਦੀ ਹੈ। ਮੈਨੂੰ ਤਾਂ ਵਾਰ-ਵਾਰ ਗੱਲ ਯਾਦ ਆਉਂਦੀ ਹੈਗੀ ਹੈ ਕਿ ਜਿਵੇਂ ਸਿੱਖ ਫੌਜਾਂ ਦੇ ਵਿੱਚ ਜਰਨੈਲ ਸੀ ਤੇ ਉਹ ਅੰਤ ਵੇਲੇ ਜਿਹੜਾ ਹੈਗਾ ਵੀ ਜਾ ਕੇ ਅੰਗਰੇਜ਼ ਫੌਜਾਂ ਦੇ ਨਾਲ ਰਲ ਗਏ ਸੀ। ਤੇ ਉਹ ਉਸ ਪੱਖੋਂ ਜੀ ਬਹੁਤ ਅਲਬਰਟਾ ਦੀ ਪੋਲਿਟਿਕਸ ਵਾਸਤੇ ਬਹੁਤ ਹੀ ਮੈਂ ਕਹਾਂਗਾ ਕਿ ਅਨਸੁਖਾਵੀ ਘਟਨਾ ਇਸ ਕਰਕੇ ਆ ਕਿ ਜਿੰਨਾ ਚਿਰ ਤੱਕ ਇੱਕ ਆਪੋਜੀਸ਼ਨ ਸਟਰੋਂਗ ਨਾ ਹੋਵੇ ਉਹਨਾਂ ਚਿਰ ਤੱਕ ਤੁਸੀਂ ਜਿਹੜੀ ਗਵਰਨਮੈਂਟ ਇਨ ਪਾਵਰ ਹੈਗੀ ਆ ਉਹਨਾਂ ਨੂੰ ਖਿੱਚ ਕੇ ਨਹੀਂ ਰੱਖਿਆ ਜਾ ਸਕਦਾ। ਤੇ ਉਹਨਾਂ ਦੇ ਉੱਤੇ ਇੱਕ ਤਰੀਕੇ ਨਾਲ ਚੈੱਕ ਰੱਖਣ ਵਾਸਤੇ ਆਪੋਜੀਸ਼ਨ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਹੈ। ਤੇ ਉਹ ਰਿਸਪੌਂਸਿਬਿਲਿਟੀ ਤੋਂ ਡੈਨੀਅਲ ਸਮਿਥ ਐਜ਼ ਅ ਲੀਡਰ ਆਫ ਵਾਈਲਡ ਰੋਜ਼ ਉਹ ਭੱਜੀ ਹੈ। ਤੇ ਮੈਂ ਤੇ ਇਹ ਗੱਲ ਕਹਾਂਗਾ ਕਿ ਅਗਰ ਅਲਬਰਟਾ ਦਾ ਜੇ ਵੋਟਰ ਬਹੁਤ ਮੈਚਿਓਰਡ ਆ, ਸਿਆਣਾ ਆ, ਅਗਰ ਉਹ ਸਮਝਦਾ ਆ ਤੇ ਮੇਰੇ ਖਿਆਲ ਡੈਨੀਅਲ ਸਮਿਥ ਨੂੰ ਆਉਣ ਵਾਲੀ ਇਲੈਕਸ਼ਨਸ ਦੇ ਵਿੱਚ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ। ਮੈਂ ਪੂਰੀ ਸਟਰੋਂਗਲੀ ਇਹ ਗੱਲ ਕਹਿੰਦਾ ਆ ਕਿ ਜਿਹੜਾ ਤੁਹਾਡੇ ਨਾਲ ਵਾਅਦਾ ਕਰਕੇ ਤੇ ਤੁਹਾਨੂੰ ਉਹਨਾਂ ਵਾਅਦਿਆਂ ਤੋਂ ਮੁੱਕਰ ਕੇ ਔਰ ਤੁਹਾਨੂੰ ਤੁਹਾਡੇ ਕੌਨਫੀਡੈਂਸ ਨੂੰ ਠੇਸ ਪਹੁੰਚਾਉਂਦਾ ਆ, ਉਹਨੂੰ ਜ਼ਰੂਰ ਜ਼ਮੀਨ ਜਿਹੜੀ ਉਹ ਦਿਖਾਈ ਜਾਣੀ ਚਾਹੀਦੀ ਹੈ। ਤੇ ਇਹ ਵੀ ਹੈ ਕਿ ਜੇ ਤੁਸੀਂ ਜਾਣਾ ਵੀ ਸੀ ਥੋੜਾ ਬਹੁਤਾ ਬੰਦਾ ਚਰਚਾ ਚ ਰਵੇ, ਗੱਲਬਾਤ ਕਰੇ, ਫਿਰ ਉਹ ਤੋਂ ਬਾਅਦ ਚ ਨਹੀਂ ਕੋਈ ਮੰਨਦਾ ਤਾਂ ਤੁਸੀਂ ਚਲੇ ਜਾਂਦੇ। 3 ਮਹੀਨੇ ਪਹਿਲਾਂ ਤੁਸੀਂ ਬਾਈ ਇਲੈਕਸ਼ਨਸ ਹੋਈਆਂ ਨੇ, ਤੁਸੀਂ ਉਸੇ ਹੀ ਗਵਰਨਮੈਂਟ ਨੂੰ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ ਔਰ ਉਸੇ ਪ੍ਰੀਮੀਅਰ ਨੂੰ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ ਤੇ 3 ਮਹੀਨੇ ਬਾਅਦ ਤੁਹਾਨੂੰ ਉਹ ਚੰਗਾ ਲੱਗਣ ਲੱਗ ਗਿਆ ਤੇ ਤੁਸੀਂ ਉਹਦੀ ਗੋਦੀ ਜਾ ਕੇ ਬਹਿ ਗਏ। ਨਹੀਂ, ਦੂਜੀ ਗੱਲ ਇਹ ਹੈਗੀ ਕਿ 2 MLA ਜਿਹੜੇ ਹੈਗੇ ਨੇ 2 ਹਫ਼ਤੇ ਪਹਿਲਾਂ ਗਏ ਨੇ ਤੇ ਉਹ ਕਹਿੰਦੀ ਵੀ ਇਹਨਾਂ ਦੀ ਕੋਈ ਡੀਲ ਹੋਈ ਹੋਣੀ ਹੈ ਤਾਂ ਕਰਕੇ ਗਏ ਨੇ। ਹਾਂਜੀ, ਤੇ ਹੁਣ ਆਪ ਦੀ ਕੀ ਡੀਲ ਹੋਈ ਹੈਗੀ ਆ ਤੇ ਇਹ ਬੜੇ ਮਤਲਬ ਇੱਕ ਸਵਾਲ ਜਿਹੜਾ ਹੈ ਅਲਬਰਟਾ ਨਿਵਾਸੀਆਂ ਦੇ ਜਿਹੜਾ ਹੈ ਮਨ 'ਚ ਬਣਿਆ ਹੈਗਾ। ਤੇ ਮੈਨੂੰ ਲੱਗਦਾ ਕਿ ਲੋਕੀ ਇਹਦਾ ਜਵਾਬ ਜਿਹੜਾ ਹੈ ਜਿਸ ਤਰ੍ਹਾਂ ਵੀ ਦੇਣਗੇ, ਬਿਲਕੁਲ ਜਿਸ ਤਰ੍ਹਾਂ ਵੀ ਉਹਨਾਂ ਨੇ ਇਸ ਨੂੰ ਫੀਲ ਕੀਤਾ ਉਸੇ ਤਰ੍ਹਾਂ ਦਾ ਉਹਨਾਂ ਨੂੰ ਜਵਾਬ ਜ਼ਰੂਰ ਮਿਲੇਗਾ। ਤਾਂ ਢਿੱਲੋਂ ਸਾਹਿਬ ਇਹ ਸਨ ਕੁਝ ਖਾਸ ਖਬਰਾਂ ਤੇ ਹੋਰ ਵੀ ਖਬਰਾਂ ਬੜੀਆਂ ਰਹੀਆਂ ਹਨ ਚਰਚਾ ਦੇ ਵਿੱਚ, ਪਰ ਆਪਾਂ ਕੁਝ ਮੋਟੀਆਂ ਖਬਰਾਂ ਜਿਹੜੀਆਂ ਹਨ ਔਰ ਰਿਵਿਊ ਕੀਤਾ ਹੈ, ਯਾਦ ਕੀਤਾ ਹੈ ਇਹ ਅੰਤਲੇ ਦਿਨ। ਤੋਂ ਅਗਲੇ ਹਫਤੇ ਫਿਰ ਨਵੇਂ ਖਬਰਾਂ ਦੇ ਨਾਲ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਫਿਰ ਮਿਲਾਂਗੇ। ਤੇ ਜੱਗੀ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸ਼ੁਕਰੀਆ ਜੀ ਸਤਿੰਦਰ ਜੀ। ਬਸ ਮੈਂ ਇਸ ਮੌਕੇ ਦਾ ਫਾਇਦਾ ਚੱਕ ਕੇ ਹੀ ਕਹਿਣਾ ਚਾਹਾਂਗਾ ਕਿ ਸੁਣਨ ਵਾਲਿਆਂ ਨੂੰ ਜੀ ਆਉਣ ਵਾਲੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਖੁਸ਼ੀਆਂ ਭਰਿਆ ਆਵੇ ਸਭ ਵਾਸਤੇ। ਤੇ ਦੋਸਤੋ ਅਗਲੇ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਤੁਸੀਂ ਇਸ ਦੀ ਜਿਹੜੀ ਫੀਡਬੈਕ ਹੈ ਸਾਨੂੰ ਈਮੇਲ ਕਰਕੇ ਦੇ ਸਕਦੇ ਹੋ jagpunjabi.tv@gmail.com ਤੇ ਅਗਲੇ ਹਫਤੇ ਫਿਰ ਨਵੀਆਂ ਖਬਰਾਂ ਦੇ ਨਾਲ ਮਿਲਾਂਗੇ। ਤਦ ਤੱਕ ਮੈਨੂੰ ਯਾਨੀ ਕਿ ਸਤਵਿੰਦਰ ਸਿੰਘ ਨੂੰ ਤੇ ਇਜਾਜ਼ਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।